ਸਵਾਗਤ ਹੈ ਜੀ ਤੁਹਾਡਾ ਸਪੈਸ਼ਲ ਪ੍ਰੋਗਰਾਮ ਜਿਹੜਾ ਚੱਲਦਾ ਹੈਗਾ ਸਪੈਸ਼ਲ ਗੈਸਟ ਖਾਸ ਮਹਿਮਾਨ ਦੇ ਟਾਈਟਲ ਥੱਲੇ ਤੁਸੀਂ ਸਾਡੇ ਪਿਛਲੇ ਕੁਝ ਹਫ਼ਤਿਆਂ ਤੋਂ ਪ੍ਰੋਗਰਾਮ ਦੇਖ ਰਹੇ ਹੋ। ਇਸ ਸਪੈਸ਼ਲ ਗੈਸਟ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਵੱਖਰੇ ਆਰਟਿਸਟਾਂ ਦੇ ਨਾਲ ਉਹਦੇ ਵਿੱਚ ਸ਼ਾਇਰ ਲੋਕ ਵੀ ਆਏ, ਕਵੀ ਵੀ ਆਏ ਔਰ ਕੁਝ ਪੋਲੀਟੀਸ਼ੀਅਨਸ ਵੀ ਆਏ। ਇਹ ਸਾਡੀ ਇੱਕ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਉਸ ਸ਼ਖਸ ਨਾਲ ਰੂਬਰੂ ਕੀਤਾ ਜਾਵੇ ਜਿਨ੍ਹਾਂ ਦਾ ਪੰਜਾਬੀ ਸਰਕਲ ਵਿੱਚ ਨਾਂ ਹੈ। ਸਪੈਸ਼ਲ ਗੈਸਟ ਦੇ ਵਿੱਚ ਅੱਜ ਜਿਹੜਾ ਮਹਿਮਾਨ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਉਹ ਪੰਜਾਬੀ ਗਾਇਕੀ ਦੇ ਵਿੱਚ ਭੰਗੜਾ ਇੰਡਸਟਰੀ ਵਿੱਚ ਤਾਜਦਾਰ ਸ਼ਖਸ ਹਨ। ਉਹਨਾਂ ਨੂੰ ਤਕਰੀਬਨ 40 ਸਾਲ ਤੋਂ ਮੈਂ ਜਾਣਦਾ। ਜਿਸ ਵੇਲੇ ਮੈਂ ਸੰਗੀਤ ਦੇ ਫੀਲਡ ਵਿੱਚ ਸੀਗਾ ਤਾਂ ਉਸ ਵੇਲੇ ਉਹ ਛੋਟੀ ਉਮਰ ਦੇ ਸੀ, ਪਰ ਉਹਨਾਂ ਨੇ ਬਹੁਤ ਬੁਲੰਦੀਆਂ ਛੂਹੀਆਂ। ਮੇਰਾ ਖਿਆਲ ਦੁਨੀਆ ਦਾ ਕੋਈ ਮੁਲਕ ਨਹੀਂ ਜਿੱਥੇ ਉਹਨਾਂ ਨੇ ਆਪਣਾ ਫਨ ਦਾ ਮੁਜ਼ਾਹਰਾ ਨਹੀਂ ਕੀਤਾ। ਮੇਰੀ ਮੁਰਾਦ ਹੈ ਗਾਣਾ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਕਮਲੀ ਯਾਰ ਦੀ ਕਮਲੀ ਸੋਹਰ ਰੋਡ ਉੱਤੇ ਮੈਂ ਲੱਭਦਾ ਫਿਰਾਂ। ਇਹੋ ਜਿਹੇ ਸੈਂਕੜੇ ਗੀਤ ਹੋਰ ਜਿਹੜੇ ਕਿ ਬੱਚੇ ਦੀ ਜ਼ੁਬਾਨ 'ਤੇ ਅੱਜ ਵੀ ਹਨ, ਅੱਜ ਤੋਂ 20 ਸਾਲ ਪਹਿਲਾਂ ਵੀ ਸੀ ਔਰ ਆਉਣ ਵਾਲੀਆਂ ਸਦੀਆਂ ਤੱਕ ਉਹ ਗਾਣੇ ਲੋਕਾਂ ਦੇ ਜ਼ਿਹਨ ਵਿੱਚ ਰਹਿਣਗੇ। ਆਓ ਆਪਾਂ ਰਲ ਕੇ ਸਵਾਗਤ ਕਰਦੇ ਹਾਂ ਉਹਨਾਂ ਦੀ ਗੱਲਬਾਤ ਤੋਂ ਸ਼ੁਰੂ। ਸਰਦਾਰਾ ਗਿੱਲ ਆਪਣਾ ਸੰਗੀਤ ਦੇ ਸਿੰਗਰ। ਸਰਦਾਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਤਾਰੇ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੈ ਗੁਰੂ। ਸਭ ਤੋਂ ਪਹਿਲਾਂ ਤੁਹਾਨੂੰ ਔਰ ਤੁਹਾਡੇ ਸਾਰੀ ਹੀ ਮੈਨੇਜਮੈਂਟ ਨੂੰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹਾਂ ਔਰ ਕਾਂਚੀ ਟੀਵੀ ਦੇ ਜਿੰਨੇ ਵੀ ਦਰਸ਼ਕ ਆ ਮੇਰੇ ਕੋਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੈ ਗੁਰਦੇਵ। ਜੈ ਗੁਰਦੇਵ ਜੀ। ਆਪਾਂ ਗੱਲ ਸੰਗੀਤ ਦੇ ਸੰਬੰਧ ਵਿੱਚ ਕਰਨੀ ਹੈ। ਸਰਦਾਰਾ ਗਿੱਲ ਬਹੁਤ ਵੱਡਾ ਫੈਨ ਸੀ ਜਿਸ ਵੇਲੇ ਮੋਹਨ ਮਸਤਾਨੇ ਦੀ ਚਰਚਾ ਹੁੰਦੀ ਸੀ ਗਾਇਕੀ ਦੇ ਫੀਲਡ ਵਿੱਚ। ਸਰਦਾਰਾ ਗਿੱਲ ਬਹੁਤ ਸ਼ੌਕੀਨ ਸੀ KS ਕੰਗ ਦੇ ਗੀਤ ਗਾਉਣ ਦਾ। ਸਰਦਾਰਾ ਗਿੱਲ ਬਹੁਤ ਸ਼ੌਕੀਨ ਸੀ ਆਪਣੇ ਗੁਰਦਾਸ ਮਾਨ ਜੀ ਦੇ ਗਾਣੇ ਗਾਉਣ ਦਾ। ਸਰਦਾਰਾ ਗਿੱਲ ਬਹੁਤ ਸ਼ੌਕੀਨ ਸੀ ਕੁਲਦੀਪ ਮਾਨਕੀ ਨੂੰ ਗਾਉਣ ਦਾ ਔਰ ਬੇਸ਼ੁਮਾਰ ਆਰਟਿਸਟਾਂ ਨੂੰ ਗਾ ਕੇ ਆਪ ਇੱਕ ਇੱਦਾਂ ਦਾ ਫਨਕਾਰ ਬਣਿਆ ਕਿ ਇੰਡਸਟਰੀ ਦਾ ਤਾਜਦਾਰ ਗਾਇਕ ਹੋ ਨਿਬੜਿਆ। ਸਰਦਾਰਾ ਤੋਂ ਪਹਿਲਾਂ ਆਪਾਂ ਇਹ ਪੁੱਛਦੇ ਹਾਂ, ਆਪਾਂ ਸ਼ੁਰੂ ਗੱਲ ਇੱਥੋਂ ਹੀ ਕਰਨੀ ਚਾਹੀਦੀ ਹੈ ਕਿ ਸੰਗੀਤ ਦੀ ਚੱਕ ਕਿੱਥੋਂ ਲੱਗੀ, ਕਿੱਦਾਂ ਸ਼ੁਰੂਆਤ ਹੋਈ ਸੰਗੀਤ ਦੀ? ਸਰਦਾਰ ਜੀ ਤੁਸੀਂ ਕਿੱਦਾਂ ਤੁਹਾਡਾ ਮਨ ਬਣਿਆ ਇੱਦਾਂ? ਐਕਚੁਅਲੀ ਮੈਂ ਧਰਮ ਭਾਜੀ ਛੋਟਾ ਹੁੰਦਾ ਹੀ ਵੈਸੇ ਮੈਨੂੰ ਸ਼ੌਂਕ ਸੀ। ਜਦ ਮੈਂ ਇੰਡੀਆ 'ਚੋਂ ਮੈਂ 6 ਸਾਲਾਂ ਦੇ ਇੱਥੇ ਆ ਗਿਆ ਸੀ। ਇੰਡੀਆ 'ਚ ਵੀ ਮੈਨੂੰ ਜੋ ਰੇਡੀਓ 'ਤੇ ਉਸ ਟਾਈਮ 'ਤੇ ਸੁਣਨਾ ਤਾਂ ਮੈਂ ਜਾਣ ਕੇ ਉਹੀ ਗੁਣਗੁਣਾਉਣ ਲੱਗ ਪੈਣਾ। ਜਿੰਨਾ ਕੁ ਆਉਂਦਾ ਉਨਾ ਕੁ ਗਾ ਲੈਣਾ। ਤਾਂ ਮੇਰੀ ਦਾਦੀ ਹੁਣੀ ਕਹਿਣਾ ਸਰਦਾਰੇ ਚਾਹੇ ਤੈਨੂੰ ਅੰਬ ਦਊਂਗੇ ਅਤੇ ਕੁਛ ਗਾ ਕੇ ਸੁਣਾ, ਜੋ ਆਉਣਾ ਰੇਡੀਓ 'ਤੇ ਸੁਣਨਾ ਉਹ ਮਾੜਾ ਸੁਣਾਤਾ। ਫਿਰ ਮੈਂ ਇੱਥੇ ਆ ਕੇ ਅਸੀਂ 1963 'ਚ ਆਏ ਸੀ ਫੈਮਿਲੀ ਨਾਲ ਮਦਰ ਨਾਲ। ਫਿਰ ਅਸੀਂ ਪੰਜਾਬੀ ਮੈਂ ਇੱਥੇ ਆ ਕੇ ਪੜ੍ਹਿਆ। ਠੀਕ। ਤਾਂ ਸਾਡੇ ਸਮੈਦ ਗੁਰਦੁਆਰਾ ਉੱਥੇ ਅਸੀਂ ਪੰਜਾਬੀ ਸਿੱਖੀ। ਉੱਥੇ ਅਸੀਂ ਫਿਰ ਮੈਂ ਅਤੇ ਮੇਰੇ ਬ੍ਰਦਰ ਵੀ ਸੀ ਨਾਲ। ਉੱਥੇ ਅਸੀਂ ਗਾਣਾ ਸ਼ੁਰੂ ਕੀਤਾ, ਧਾਰਮਿਕ ਸਟੇਜ ਹੀ ਕਰਦੇ ਹੁੰਦੇ ਸੀ, ਸ਼ਬਦ ਪੜ੍ਹਨੇ, ਧਾਰਮਿਕ ਗੀਤ ਗਾਉਣੇ। ਸਾਡੇ ਮਾਸਟਰ ਦਰਸ਼ਨ ਸਿੰਘ ਭੋਗਲ ਸੀ ਜਿਨ੍ਹਾਂ ਨੇ ਸਾਨੂੰ ਹਾਂਜੀ ਉਹ ਟੀਚਰ ਹੁੰਦੇ ਸੀ। ਹਾਂ, ਤਾਂ ਉਹਨਾਂ ਨੇ ਫਿਰ ਸਾਨੂੰ ਸੰਡੇ ਜਿਹਨੂੰ ਸ਼ੌਕ ਹੁੰਦਾ ਸੀ ਆਪ ਉਹ ਢੋਲਕੀ ਵਜਾਉਂਦੇ ਹੁੰਦੇ ਸੀ ਤਾਂ ਅਸੀਂ ਫਿਰ ਧਾਰਮਿਕ ਗੀਤ ਗਾਉਂਦੇ ਹੁੰਦੇ ਸੀ। ਪਿੱਛੇ ਜਿਹੇ ਐਕਸਪਾਇਰ ਹੋਏ? ਹਾਂਜੀ ਬਹੁਤ ਅੱਛੇ ਇਨਸਾਨ ਸੀ। ਠੀਕ ਹੈ। ਅੱਛਾ, ਬਚਪਨ ਵਿੱਚ ਤਕਰੀਬਨ ਜਿੰਨੇ ਵੀ ਸੰਗੀਤ ਦੇ ਚਾਹਵਾਨ ਆ, ਜਿੰਨੇ ਵੀ ਗਾਉਣ ਵਾਲੇ ਆ, ਉਹਨਾਂ ਨੂੰ ਸਕੂਲ ਲੈਵਲ ਤੋਂ ਪਹਿਲਾਂ ਥੋੜ੍ਹੀ ਬਹੁਤ ਸ਼ੌਕ ਹੁੰਦਾ ਸੁਣਨ ਦਾ ਜੀ ਅਤੇ ਗੁਣਗੁਣਾਉਣ ਦਾ ਤਾਂ ਹਰ ਇੱਕ ਨੂੰ ਹੁੰਦਾ। ਤੁਸੀਂ ਇਹ ਜਿਹੜੀ ਤੁਹਾਡਾ ਸ਼ੌਕ ਸੀਗਾ ਉਸ ਜ਼ਮਾਨੇ 'ਤੇ 1962-63 'ਚ ਕਿਹੜਾ ਸਿੰਗਰ ਪਪੂਲਰ ਹੁੰਦਾ ਸੀ? ਕਿਹਨੂੰ ਤੁਸੀਂ ਜ਼ਿਆਦਾ ਫੋਲੋ ਕਰਦੇ ਸੀ? ਐਕਚੁਅਲੀ 63 'ਚ ਤਾਂ ਮੈਂ ਆਇਆ ਸੀ। ਮੈਂ ਜਦ ਹੈ ਨਾ ਇਹ 10-11 ਸਾਲਾਂ ਦਾ ਅਸੀਂ ਪੰਜਾਬੀ ਸਕੂਲੇ ਪੜ੍ਹਦੇ ਹੁੰਦੇ ਸੀ। ਠੀਕ। ਉੱਥੇ ਫਿਰ ਅਸੀਂ AS ਕੰਗ ਭਾਜੀ ਹੋਣੀ ਠੀਕ ਹੈ ਉਹਨਾਂ ਨੂੰ ਬੜਾ ਅਸੀਂ ਸੁਣਨਾ। ਹੁਣ ਸਾਥੀ ਗਰੁੱਪ ਹੁੰਦਾ ਸੀ ਪੁਰਾਣਾ, ਇਹ ਚੀਜ਼ਾਂ ਦਸਾਂਝ ਜੀ, ਇਹ ਆਪਣੇ ਢੇਸੀ ਰਿਸ਼ਵਾਲ ਢੇਸੀ ਜੀ, ਉਹ ਸਾਰੇ ਹੁੰਦੇ ਸੀ, ਇੱਕੋ ਗਰੁੱਪ ਹੁੰਦਾ ਸੀ ਉਹਨਾਂ ਦਾ। ਤਾਂ ਕੰਗ ਭਾਜੀ ਹੋਣੀ ਫਿਰ ਉਹ ਤੋਂ EP ਕੀਤਾ ਸੀ। ਉਸੇ ਨਾਲ ਦਲਵੀਰ ਹੋਣੀ ਭੁਜੰਗੀ ਗਰੁੱਪ ਹੀ ਹੁੰਦਾ ਸੀ। ਇਹ ਅਸੀਂ ਇਕੱਠੇ ਗੁਰਦੁਆਰੇ ਪੜ੍ਹਦੇ ਹੁੰਦੇ ਸੀ। ਸੋ ਇਹਨਾਂ ਕੰਗ ਭਾਜੀ ਉਹਨਾਂ ਨੂੰ ਮੈਂ ਉਸ ਵੇਲੇ ਕਾਫੀ ਸੁਣਦਾ। ਫਿਰ ਮਾਨਕ ਸਾਹਿਬ ਜੀ ਠੀਕ ਹੈ ਨਾ, ਉਹਨਾਂ ਨੂੰ ਬੜਾ ਸੁਣਦਾ। ਜਿਹੜੇ ਵੀ ਉਸ ਟਾਈਮ 'ਤੇ ਸ਼ੌਂਕ ਹੁੰਦਾ ਸੀ ਗਾਉਣ ਦਾ ਤਾਂ ਆਰਟਿਸਟ ਨੂੰ ਹਰੇਕ ਨੂੰ ਸੁਣੀਦਾ ਸੀ।
ਹਾਂਜੀ, ਆਪਣੇ ਕੰਗ ਸਾਹਿਬ ਨੇ ਬਹੁਤ ਆਪਣਾ, ਹਾਂਜੀ ਕੰਗ ਭਾਜੀ ਉਹਨਾਂ ਦਾ ਤਾਂ ਮੇਰਾ ਖਿਆਲ ਪੰਜਾਬ ਤੋਂ ਬਾਹਰ ਜੇ ਬਹੁਤ ਵੱਡਾ ਨਾਮ ਪਹਿਲਾਂ ਬਣਾ ਤਾਂ ਕੰਗ ਸਾਹਿਬ ਸੀ। ਹਾਂਜੀ, ਤੇ ਦੂਜੇ ਨੰਬਰ ਤੇ ਸੀ ਜਾਂ ਪਹਿਲੇ ਨੰਬਰ ਤੇ ਕਹ ਲਓ ਦੀਦਾਰ ਸਿੰਘ ਪਰਦੇਸੀ। ਇਹਨਾਂ ਦੋਨਾਂ ਨੇ ਬਹੁਤ ਆਪਣਾ ਨਾਮ ਖੱਟਿਆ ਔਰ ਬਹੁਤ ਬਾਕੀ ਨਾੜੀ ਸੰਗੀਤ ਪਾਰਟੀ ਹੋਰ ਵੀ ਗਰੁੱਪ ਸੀਗੇ ਜਿਨ੍ਹਾਂ ਨੂੰ ਹਰੇਕ ਨੂੰ ਸੁਣਿਆ। ਨਾੜੀ ਸੰਗੀਤ ਪਾਰਟੀ ਨੇ ਇੰਡੀਆ ਤੇ ਇੰਗਲੈਂਡ ਵਿੱਚ ਬਹੁਤ ਆਪਣਾ ਨਾਮ ਕਮਾਇਆ, ਕਿਉਂਕਿ ਫਿਰ ਵੀ ਇਹ ਮੈਚਿਓਰ ਸੀਗੇ ਬਿਲਕੁਲ। ਖਾਸ ਤੌਰ ਤੇ ਬਦਨਾਮ ਸਾਹਿਬ ਬਹੁਤ ਪਪੂਲਰ। ਹਾਂਜੀ, ਉਹ ਸਾਰੇ ਜਿੰਨੇ ਬੰਦੇ ਸਾਰੇ ਮੇਰੇ ਖਿਆਲ ਸੀਨੀਅਰ ਬੰਦੇ ਸੀ, ਸਭ ਸੀਨੀਅਰ। ਹਾਂਜੀ, ਸਾਡੇ ਸਾਰੇ ਸੀਨੀਅਰ ਹੈ। ਹਾਂਜੀ, ਇਹ ਪਚੰਗੀ ਤੇ ਇਹ ਸਭ ਪਹਿਲਾਂ ਇਹ ਗਰੁੱਪ ਸੀ ਬਲਵੀਰ। ਇਹ 60s ਵਿੱਚ ਰਿਕਾਰਡਿੰਗ ਇਹਨਾਂ ਹੀ ਕੀਤੀ ਪਹਿਲਾਂ। ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਸਭ ਤੋਂ ਪਹਿਲਾਂ ਸ਼ੌਕੀਆ ਤੌਰ ਤੇ ਜਿਹੜਾ ਗਾਣਾ ਗਾਇਆ ਉਹ ਕਿਹੜਾ ਸੀ? ਸ਼ੌਕੀਆ ਤੌਰ ਤੇ ਮੈਂ ਵੈਸੇ ਹੁਣ ਮੈਨੂੰ ਕਿਉਂਕਿ ਉਸ ਜ਼ਮਾਨੇ ਜਿੱਦਾਂ ਸੀ ਲੋਕਾਂ ਬੀਰ ਬੂਰ ਪੀਣ ਦਾ ਹੁੰਦਾ ਸੀ ਸ਼ੌਕ ਸਾਰੇ। ਹਾਂਜੀ ਹਾਂਜੀ ਹਾਂਜੀ। ਪੱਬਾਂ 'ਚ ਇਕੱਠੇ ਬੈਠ ਕੇ ਇੱਦਾਂ ਮਹਿਫਲਾਂ ਲਾਉਂਦੇ ਹੁੰਦੇ ਸੀ ਉਸ। ਮੈਂ ਵੈਸੇ ਕੰਗ ਭਾਜੀ ਉਹਨਾਂ ਦੇ ਵੀ ਗੀਤ ਕਾਫੀ ਗਾਉਂਦਾ ਹੁੰਦਾ ਸੀ। ਤਾਂ ਚਲੋ ਮੈਂ ਚਾਹੁੰਦਾ ਇੱਕ ਤਾਂ ਅੰਤਰਾ ਭਾਜੀ। ਅੱਛਾ, ਇੱਕ ਸਤਾਈ ਕੋਈ ਵੀ ਤੁਹਾਡੇ ਮਨਪਸੰਦ ਹੋਵੇ। ਤੇ ਕੰਗ ਭਾਜੀ ਦਾ ਮੈਂ ਗਾਉਣਾ ਕਿਉਂਕਿ ਹੋ ਲੁੱਟ ਕੇ ਲੈ ਗਈ ਓਏ, ਹੋ ਪੱਟ ਕੇ ਲੈ ਗਈ ਓਏ, ਹੋ ਲੁੱਟ ਕੇ ਲੈ ਗਈ, ਪੱਟ ਕੇ ਲੈ ਗਈ ਓਏ, ਪਾੜ ਕੇ ਲੈ ਜਾ ਚੀਰ, ਲੁੱਟ ਕੇ ਲੈ ਗਈ, ਪੱਟ ਕੇ ਲੈ ਗਈ। ਵਾਹ ਜੀ ਵਾਹ, ਬਹੁਤ। ਸੋ ਇਹ ਗੀਤ ਗਿੱਧਿਆਂ ਦੀ ਰਾਣੀਆਂ ਦੀ ਗਿੱਧੇ ਵਿੱਚ ਆ। ਸੋ ਜਿੰਨੇ ਵੀ ਕੰਗ ਭਾਜੀ ਦੇ ਕੰਗ ਸਾਹਿਬ ਦੀ ਇੱਕ ਸਿਫਤ ਇਹ ਸੀ ਕਿ ਜਿੱਥੇ ਉਹਦੀ ਆਵਾਜ਼ ਬਹੁਤ ਖੂਬਸੂਰਤ ਸੀ, ਉਹਨਾਂ ਨੂੰ ਜਿਹੜਾ ਲਿਖਣ ਦਾ ਵੀ ਹਾਂਜੀ ਜਿਹੜਾ ਟੈਲੈਂਟ ਸੀਗਾ ਉਹ ਵੀ ਬਹੁਤ ਖੂਬ। ਬਿਲਕੁਲ, ਬਹੁਤ ਵਧੀਆ ਸੀਗਾ। ਹਾਂਜੀ ਹਾਂਜੀ। ਬਹੁਤ ਸਾਰੇ ਗਾਣੇ ਉਹਨਾਂ ਨੇ ਖੁਦ ਲਿਖੇ ਔਰ ਬਹੁਤ ਪਪੂਲਰ ਹੋਏ, ਬਹੁਤ ਮੀਨਿੰਗਫੁਲ ਗਾਣੇ ਉਹਨਾਂ ਨੇ ਲਿਖੇ। ਅੱਛਾ, ਤੁਹਾਡਾ ਐਕਚੁਅਲੀ ਜਿਹੜਾ ਸੰਗੀਤ ਵੱਲ ਨੂੰ ਜੋ ਤੁਸੀਂ ਪ੍ਰੋਫੈਸ਼ਨਲ ਤੌਰ ਤੇ ਹਾਂਜੀ ਆਏ, ਮੈਂ ਤਕਰੀਬਨ ਜੇ ਮੈਂ ਪਿੱਛੇ ਨੂੰ ਜਾਵਾਂ ਤਾਂ ਮੈਨੂੰ ਲੱਗਦਾ ਕਿ 79 80। ਹਾਂਜੀ 79 'ਚ ਫਿਰ ਮੈਂ ਭਜੰਗੀ ਗਰੁੱਪ ਹੋਣਾ ਇਸ ਦੌਰਾਨ ਵਿੱਚ। ਹਾਂਜੀ 79 ਤੁਸੀਂ ਸਹੀ। ਉੱਦਾਂ ਮੈਂ ਜਾਣਦਾ ਅਸੀਂ ਤੁਹਾਨੂੰ ਵੀ ਸੁਣਦੇ ਹੁੰਦੇ ਸੀ, ਤੁਸੀਂ ਯਾਰ ਟੇਸੀ ਉਹਨਾਂ ਨੂੰ ਟੇਸੀ ਹੁੰਦੇ ਸੀ। ਹਾਂਜੀ ਆਪਣੇ ਤੇ ਚੰਗੀ ਆ ਇਹਨਾਂ ਦਾ ਜਾਂ ਨਾਲੀਏ ਦੋਨਾਂ ਦਾ ਬਹੁਤ ਵੱਡਾ ਨਾਂ ਸੀਗਾ ਜਦੋਂ ਮੈਂ 67 ਵਿੱਚ ਜੀ 69 ਵਿੱਚ ਮੈਂ ਗਰੁੱਪਾਂ ਵਿੱਚ ਪਿਆ। ਹਾਂਜੀ। ਤੇ ਉਸ ਵੇਲੇ ਨਾੜੀ ਸੰਗੀਤ ਪਾਰਟੀ ਸੀ ਤੇ ਪਚੰਗੀ ਸੀ। ਇਹ ਸੀ ਔਰ ਪਚੰਗੀ ਦਾ ਥੋੜਾ ਇਦਾਂ ਸੀ, ਥੋੜੇ ਮਾਡਰਨ ਮਿਊਜ਼ਿਕ ਵੀ ਕਾਫੀ ਕਰਦੇ ਹੁੰਦੇ, ਹਿੰਦੀ ਗਾਣੇ ਗਾਉਂਦੇ ਹੁੰਦੇ, ਬਲੀਵ ਉਹਨਾਂ ਹਿੰਦੀ ਗਾਣੇ ਵੀ ਸੋਹਣੇ ਗਾਉਂਦੇ ਹੁੰਦੇ ਸੀ। ਅੱਛਾ, ਜਦੋਂ ਤੁਸੀਂ 79 80 ਦੇ ਦੌਰਾਨ ਜਦੋਂ ਤੁਸੀਂ ਪਚੰਗੀ ਗਰੁੱਪ ਨੂੰ ਜੁਆਇਨ ਕੀਤਾ, ਕਿਉਂਕਿ ਪਚੰਗੀ ਗਰੁੱਪ ਦਾ ਉਸ ਵੇਲੇ ਬਹੁਤ ਵੱਡਾ ਨਾਂ ਸੀ ਜੀ, ਤੁਹਾਡਾ ਸੰਪਰਕ ਕਿੱਦਾਂ ਬਣਿਆ ਉਹਨਾਂ ਨਾਲ? ਕਿਉਂਕਿ ਤਰਲੋਚਨ ਆਪਣੇ ਬਲਬੀਰ ਤੇ ਦਲਵੀਰ ਦੋਨੇ ਭਰਾ ਇਹਨਾਂ ਦੇ ਆਪਸ ਵਿੱਚ ਹੀ ਆਣ ਬਾਣ ਹੋ ਗਏ ਤੇ ਜੁਦੇ ਹੋ ਗਏ ਸੀਗੇ। ਅੱਛਾ, ਠੀਕ। ਔਰ ਬਲਬੀਰ ਦਲਵੀਰ ਤਾਂ ਵੈਸੇ ਅਸੀਂ ਇੱਕ ਰੋਡ ਰਹਿੰਦੇ ਵੀ ਇੱਕ ਰੋਡ ਤੇ ਸੀ, ਅਸੀਂ ਫਾਊਂਡਰੀ 'ਚ ਵੀ ਇੱਕ 'ਚ ਕੰਮ ਕੀਤਾ। ਠੀਕ ਵੀ ਅਸੀਂ ਬਲਬੀਰ ਭਾਈਚਾਰਾ ਸੀ। ਹਾਂਜੀ। ਤਾਂ ਜਦ ਇਹ ਹੋਏ ਫਿਰ ਤਰਲੋਚਨ ਉਹਨਾਂ ਨੂੰ ਬਾਕੀ ਦੇ ਮਿਊਜ਼ੀਸ਼ੀਅਨ ਤਰਲੋਚਨ ਨਾਲ ਸੀ, ਫਿਰ ਉਹ ਸਿੰਗਰ ਚਾਹੁੰਦੇ ਸੀ ਕੋਈ ਵੀ, ਤਾਂ ਉਹਨਾਂ ਨੂੰ ਪਤਾ ਸੀ ਮੈਂ ਗੁਰਦੁਆਰੇ ਉਸ ਵੇਲੇ ਗਾਉਂਦਾ ਹੁੰਦਾ ਜਾਂ ਪੱਬ ਜੀ ਯਾਰਾਂ ਦੋਸਤਾਂ ਨਾਲ ਮਹਿਫਲ 'ਚ ਬੈਠ ਕੇ ਉੱਥੇ ਹੀ ਜਿਹੜਾ ਵੀ ਗੀਤ ਕਿਤਾ ਕੰਬਾ ਜੀ ਉਹਨਾਂ ਦਾ ਗੀਤ ਜਾਂ ਮਾਨਕ ਸਾਹਿਬ ਦਾ ਗੀਤ ਗਾਉਂਦੇ ਨੇ। ਸੋ ਇਸ ਕਰਕੇ ਤਰਲੋਚਨ ਮੈਨੂੰ ਫਿਰ ਤਰਲੋਚਨ ਨੇ ਅਪਰੋਚ ਕੀਤਾ ਵੀ ਜੇ ਫਿਰ ਉਹਨੇ ਫਿਰ ਕਿਤੇ ਟੈਸਟ ਲੈਂਦੇ ਹੁੰਦੇ, ਟੈਸਟ ਲਿਆ। ਮੈਂ ਕਿਹਾ ਮੈਨੂੰ ਬਾਜਾ ਮੁੱਜਾ ਤਾਂ ਆਉਂਦਾ ਨਹੀਂ ਭਰਾਵਾ, ਜੋ ਆਉਂਦਾ ਤੁਹਾਨੂੰ ਪਤਾ ਹੀ ਆ। ਅੱਛਾ, ਬਾਜਾ ਸਿੱਖਿਆ ਵੀ ਨਹੀਂ ਜੀ, ਕੋਸ਼ਿਸ਼ ਨਹੀਂ ਕੀਤੀ। ਨਹੀਂ ਨਾਲ ਲੋੜ ਨਹੀਂ ਸੀ, ਬਾਕੀ ਥੋੜੇ ਨਾਸਿਕ ਵਜਾਉਣਾ ਨਹੀਂ ਸਕੇ। ਹਾਂਜੀ। ਤੇ ਉੱਦਾਂ ਆਮ ਤੌਰ ਤੇ ਜਿਹੜੇ ਪੁਰਾਣੇ ਸਿੰਗਰ ਹੈਗੇ ਵੈਸੇ ਸਿੱਖਣਾ ਜ਼ਰੂਰ ਚਾਹੀਦਾ ਜੀ। ਹਾਂਜੀ, ਸਿੱਖਣਾ ਜ਼ਰੂਰ ਚਾਹੀਦਾ। ਅੱਛਾ, ਤੁਸੀਂ ਜਿਸਲੇ ਪਹਿਲਾਂ ਆਪਣਾ ਗਰੁੱਪ ਵਿੱਚ ਆਏ ਆ ਚੰਗੀ ਗਰੁੱਪ ਵਿੱਚ, ਤੁਸੀਂ ਕਿਹੜਾ ਗਾਣਾ ਪਹਿਲਾਂ ਆਮ ਤੌਰ ਤੇ ਜ਼ਿਆਦਾ ਪਪੂਲਰ ਗਾਉਂਦੇ ਸੀ? ਅਸੀਂ ਜਦ ਚੰਗੀ ਗਰੁੱਪ 'ਚ ਆਏ ਹਾਂ, ਵੈਸੇ ਚੰਗੀ ਗਰੁੱਪ ਦੇ ਕਿਉਂਕਿ ਮੈਂ ਸਵਾਲ ਤਾਂ ਪੁੱਛਿਆ ਕਿ ਚੰਗੀ ਹੁਣੀ ਉਹ ਆਪਣੇ ਗਾਣੇ ਜ਼ਿਆਦਾ ਗਾਉਂਦੇ ਸੀਗੇ ਉਸ ਵੇਲੇ। ਗਾਣਾ 12 ਧੱਕਿਆਂ ਨਾਲ ਜਾਵੇ, 12 ਧੱਕਿਆਂ ਨਾਲ ਹਨ ਨੇ ਕਿਰਾਇਆ ਰੱਖਦੇ, ਤਾਂ ਅਸੀਂ ਵੀ ਚੰਗੀ, ਕਿਉਂਕਿ ਚੰਗੀ ਗਰੁੱਪ ਦਾ ਨਾਂ ਤਰਲੋਚਨ ਨੇ ਵੀ ਚੰਗੀ ਗਰੁੱਪ ਰੱਖਿਆ ਸੀ। ਫਿਰ ਅਸੀਂ ਗਾਉਣੇ ਜਿੱਦਾਂ ਇਹਨਾਂ ਦਾ ਗੀਤ ਹੁੰਦਾ ਸੀਗਾ, ਮੈਂ ਤਾਂ ਪੀਣੀ ਆ ਬਲਤੀ, ਮੈਂ ਤਾਂ ਪੀਣੀ ਆ। ਸੋ ਜਿਹੜੇ ਇਹਨਾਂ ਦੇ ਗੀਤ ਉਹ ਗਾਉਂਦੇ, ਬਾਕੀ ਜੋ ਮਾਨਕ ਸਾਹਿਬ ਦੇ ਉਸ ਟਾਈਮ ਤੇ ਉਹ ਵੀ ਗੀਤ ਗਾਉਂਦੇ ਸੀ ਅਸੀਂ। ਠੀਕ ਹੈ। ਤਾਂ ਜੇ ਕੰਗ ਭਾਜੀ ਦੇ ਉਹ ਵੀ ਗਾਉਂਦੇ, ਇਸ ਕਰਕੇ ਉਹ ਨਹੀਂ ਮੈਨੂੰ, ਕਿਉਂਕਿ ਵਿਆਹ ਸ਼ਾਦੀ ਦੇ ਤਾਂ ਜਿਹੜਾ ਪਪੂਲਰ ਗੀਤ ਉਹੀ ਗਾਇਦਾ ਸੀ। ਬਿਲਕੁਲ। ਅੱਛਾ, ਤੁਹਾਡੇ ਜਿਹੜੇ ਰਿਕਾਰਡ ਪਹਿਲਾਂ, ਕਿਉਂਕਿ ਜਿਹੜਾ ਰਿਕਾਰਡਿੰਗ ਕਰਨੀ ਇਹ ਬੜਾ ਬੰਦਾ ਨਰਵਸ ਜਿਹਾ ਹੁੰਦਾ ਸੀ ਉਸ ਜ਼ਮਾਨੇ 'ਚ। ਨਰਵਸ ਆ ਜੀ। ਮੈਨੂੰ ਚੇਤਾ ਜਦੋਂ ਮੈਂ ਪਹਿਲੀ ਵਾਰ ਸਟੂਡੀਓ 'ਚ ਗਿਆ ਤਾਂ ਜ਼ੈਲਾ ਸਟੂਡੀਓ ਹੁੰਦਾ ਸੀ ਪੁਰਾਣਾ ਤਾਂ ਇੱਕ। ਨਹੀਂ, ਪਰ ਅਸੀਂ ਪਹਿਲੀ ਰਿਕਾਰਡ ਕੀਤੀ ਸੀ ਕਿ ਪੈਰੀਵਾਰ ਸੀਗਾ, ਟੇਲਰ ਹੌਲਿਕ ਕੰਪਨੀ ਦਾ ਨਾਂ ਸੀਗਾ। ਠੀਕ ਹੈ। ਇਹ ਪੈਰੀਵਾਰ 'ਚ ਸਾਈਡ ਰੋਡ ਉੱਥੇ ਸੀਗਾ ਜੀ।
ਜਦੋਂ ਅਸੀਂ ਗਏ ਤਾਂ ਉਹ ਖਾਲੀ ਸੀ, ਇੱਕ ਬੰਦਾ ਸੀ ਉੱਥੇ ਬਸ, ਪਰ ਅਸੀਂ ਜਾਣੀ ਸਟੂਡੀਓ ਅੰਦਰ ਵੜਦੇ ਹੀ ਨਰਵਸ ਹੋ ਗਿਆ। ਉੱਥੇ ਬਾਅਦ 'ਚ ਅਸੀਂ ਪਹਿਲੀ ਬਾਰੇ ਨਹੀਂ ਕਰ ਸਕਦੇ, ਸੈਕਿੰਡ ਟਾਈਮ ਅਸੀਂ ਕੀਤੀ ਰਿਕਾਰਡਿੰਗ। ਇਹ ਵੀ ਦੋ ਧਰਮ ਭਾਜੀ, ਸਟੂਡੀਓ ਗਾਣਾ ਲਾਈਵ ਗਾਣਾ ਦੋ ਡਿਫਰੈਂਟ ਚੀਜ਼ਾਂ ਆ। ਨਹੀਂ ਦੇਖੋ, ਤੁਸੀਂ ਬਹੁਤ ਸਾਰੇ ਸਿੰਗਰ ਦੇਖੋਗੇ ਕਿ ਉਹ ਸਟੇਜ ਤੇ ਬਹੁਤ ਵਧੀਆ, ਹਾਂ, ਲੇਕਿਨ ਰਿਕਾਰਡਿੰਗ ਉਹਦੀ ਕਾਮਯਾਬ ਨਹੀਂ ਹੈ। ਕਈ ਸਟੂਡੀਓ 'ਚ ਕਾਮਯਾਬ ਜਾਂਦੇ ਆ, ਕਾਮਯਾਬ ਸਟੇਜ ਤੇ ਬਾਤ ਕਰਦੇ ਹਾਂ। ਇਹ ਬਹੁਤ ਫਰਕ ਹੈ। ਜਿਹੜੀ ਆਵਾਜ਼ ਹੈਗੀ ਆ, ਹਰ ਇੱਕ ਆਵਾਜ਼ ਰਿਕਾਰਡਿੰਗ ਵਾਲੀ ਨਹੀਂ ਹੁੰਦੀ। ਤੇ ਇਹ ਵੀ ਅੱਛਾ, ਤੁਸੀਂ ਸਭ ਤੋਂ ਪਹਿਲਾਂ ਕਿਹੜਾ ਗਾਣਾ ਰਿਕਾਰਡ ਕੀਤਾ? ਪਰ ਸਭ ਤੋਂ ਪਹਿਲਾਂ ਅਸੀਂ ਧਾਰਮਿਕ ਹੀ ਰਿਕਾਰਡ ਕੀਤਾ, ਮੈਨੂੰ ਹੁਣ ਚੇਤਾ ਨਹੀਂ ਹੋਣਾ ਧਾਰਮਿਕ, ਕਿਉਂਕਿ ਉਸ ਵੇਲੇ ਅਸੀਂ ਚੰਗੀ ਗਰੋਪ ਜਿਹੜੇ ਧਾਰਮਿਕ ਐਲਬਮ ਤਕਰੀਬਨ ਕਰਦੇ ਹੁੰਦੇ ਸੀ, LP ਹੁੰਦੇ ਸੀ, ਅਸੀਂ ਧਾਰਮਿਕ ਰਿਕਾਰਡਿੰਗ ਕੀਤੀ ਪਹਿਲਾਂ। ਕਿਉਂਕਿ ਉਸ ਵੇਲੇ ਜਿੰਨੇ ਵੀ ਆਰਟਿਸਟ ਸੀਗੇ, ਸਾਡੀ ਰਿਕਾਰਡਿੰਗ ਭਾਵੇਂ ਹੋਰ ਸਟੂਡੀਓ ਸੀ, ਲੇਕਿਨ ਸਾਡੀ ਰਿਕਾਰਡਿੰਗ ਗਈ ਅਯੂਬ ਕੋਲੇ ਸੀ। ਹਾਂਜੀ, ਅਯੂਬ ਤੋਂ ਹੀ ਹੁੰਦੀ ਸੀ, ਕਿਉਂਕਿ ਜਿੰਨੇ ਵੀ ਬੰਦੇ ਸੀਗੇ ਮੋਸਟਲੀ ਮੇਰੇ ਖਿਆਲ ਓਰੀਐਂਟਲ ਸਾਰੇ ਏਜੰਸੀ ਉਹਨਾਂ ਨੇ ਪ੍ਰਮੋਟ ਉਹਨਾਂ ਨੇ ਕੀਤਾ। ਪਰ ਚੰਗੀ ਗਰੁੱਪ ਵੀ ਉਹਨਾਂ ਜ਼ਰੂਰੀ ਹੁੰਦਾ ਸੀ। ਚੰਗੀ ਵੀ ਉਹਨਾਂ ਭਾਜੀ ਤਕਰੀਬਨ ਉਸ ਟਾਈਮ ਤੇ ਇਹ ਵੀ ਦੇਖ ਲਓ ਵੀ ਆਪਣੇ ਰਿਕਾਰਡ ਆਪ ਹੀ ਵੇਚੀ ਦੀ ਸੀ, ਆਪੇ ਵੇਚੀ ਦੀ ਚਾਰ ਪੋੜਾ ਕੋਲ ਹੁੰਦਾ ਸੀ। ਕਿਉਂਕਿ ਧਾਰਮਿਕ ਅਸੀਂ ਜਦ ਗੁਰੂ ਨਾਨਕ ਜੀ ਦੇ ਜਨਮ ਦਿਹਾੜੇ ਤੇ ਜਾਂ ਵਿਸਾਖੀ ਤੇ ਕਿਤੇ ਫਿਰ ਅਸੀਂ LP ਨਾਲ ਲੈ ਜਾਂਦੇ, ਤਾਂ ਬਾਅਦ 'ਚ ਫਿਰ ਅਸੀਂ ਸਟੋਰ ਲਾ ਦੇਣਾ ਤੇ ਉੱਥੇ ਵੀ ਆਪੇ ਵੇਚੀ ਦੇ ਸੀ। ਹਾਂਜੀ, ਉਹ ਕਿਉਂਕਿ ਉਹ ਅਯੂਬ ਵੀ ਇੱਕ ਸ਼ਰਤ ਰੱਖਦਾ ਸੀ, ਤੁਸੀਂ ਇੰਨੇ ਵੇਚਣੇ। ਹਾਂਜੀ। ਤੇ ਕਈ ਤਾਂ ਜਿਹੜੀ ਰਿਕਾਰਡਿੰਗ ਸੀ ਉਹ ਵਧੀਆ ਕਾਮਯਾਬੀ ਰਹੀ, ਕਈਆਂ ਦੇ ਵਿਚਾਰਿਆਂ ਦੀ ਕਾਮਯਾਬੀ ਨਹੀਂ ਮਿਲ ਸਕੀ। ਉਹ ਤੁਹਾਡੇ ਵਾਲੀ ਗੱਲ ਉਹ ਸਹੀ ਆ ਕਿ ਵੀ ਕਈ ਆਵਾਜ਼ਾਂ ਉਹ ਰਿਕਾਰਡਿੰਗ ਦੇ ਕਾਬਲ ਨਹੀਂ ਹੁੰਦੀਆਂ, ਉਹ ਸਟੇਜ 'ਤੇ ਚੱਲਦੀਆਂ। ਬਿਲਕੁਲ। ਤੇ ਕਈ ਰਿਕਾਰਡਿੰਗ ਹੀ ਹੁੰਦੀਆਂ, ਸਟੇਜ 'ਤੇ ਨਹੀਂ ਚੱਲਦੀਆਂ। ਹਾਂਜੀ, ਕਿਉਂ ਉਸ ਟਾਈਮ 'ਤੇ ਅਸੀਂ ਰਿਕਾਰਡ ਵੀ ਕੀਤੇ, ਪਰ ਸਾਡੀ ਜੋ ਅਸੀਂ ਰਿਕਾਰਡਿੰਗ ਕੀਤੀ ਉਹਦੀ ਪਹਿਚਾਣ ਨਹੀਂ ਉਸ ਟਾਈਮ 'ਚ, ਕਿਉਂਕਿ ਉਹ ਭਜੰਗੀ ਗਰੁੱਪ ਹੀ ਸੀ, ਜੋ ਅੰਡਰ ਥੱਲੇ ਭਜੰਗੀ ਗਰੁੱਪ ਹੀ ਆਉਂਦਾ ਸੀ। ਕਈ ਤਾਂ ਹੁਣ ਗੀਤ ਦਾ ਮੈਨੂੰ ਚੇਤਾ ਵੀ ਹੁਣ ਉਹਦੇ ਰਿਕਾਰਡ ਕੀਤੇ ਜਿਹੜੇ 40 ਸਾਲ। ਐਕਚੁਅਲੀ ਮੈਂ ਪਹਿਲਾਂ 40 ਸਾਲ ਦਾ ਜ਼ਿਕਰ ਕਰਤਾ ਕਿ 40 ਦੇ ਸੁਹਲੇ ਵੀ ਲੱਗਦੇ ਨਹੀਂ, 40 ਸਾਲ ਹੋ ਗਏ ਗਾਉਂਦੇ ਨੇ। ਤਾਂ ਉਸ ਮੇਰੇ ਇੱਕ ਕਿਹੜਾ ਸੀ, ਅਸੀਂ ਮੈਨੂੰ ਚੇਤਾ ਆਉਂਦਾ ਜੇ ਗਾਣੇ ਦਾ, ਮੈਨੂੰ ਇੱਕ ਮੁੰਡੇ ਨੇ ਐਕਚੁਅਲੀ ਕਿਹਾ ਭਾਜੀ, ਕਹਿੰਦਾ ਉਹ ਤੁਸੀਂ ਤੁਹਾਨੂੰ ਉੱਥੇ ਇਹ ਲੋਕ ਗੀਤ ਗਾਉਂਦੇ ਹੁੰਦੇ ਸੀ, ਦੇ ਜਾ ਘੁੰਮ ਕੇ ਗਿੱਧੇ ਦੇ ਵਿੱਚ ਘੇੜਾ, ਦੇ ਜਾ ਘੁੰਮ ਕੇ ਗਿੱਧੇ ਦੇ ਵਿੱਚ ਘੇੜਾ, ਨੀ ਕੱਚੀ ਇੱਕ ਵਾਰ ਗੰਦ ਲੈ, ਨੀ ਕੱਚੀ ਇੱਕ ਵਾਰ ਗੰਦ ਲੈ, ਦੇ ਜਾ ਘੁੰਮ ਕੇ ਗਿੱਧੇ ਦੇ ਵਿੱਚ ਘੇੜਾ। ਸੋ ਇਹਨੂੰ ਮੈਂ ਅੰਦੋਲਨ ਨੇ ਜਿੱਤੇ ਸੀ, ਮੈਨੂੰ ਤਾਂ ਹੁਣ ਜਿੱਤੇ ਨਹੀਂ 40 ਸਾਲ ਹੋਏ। ਅੱਛਾ, ਜਦੋਂ ਤੁਸੀਂ ਲੋਕ ਗੀਤ ਪਹਿਲਾਂ ਗਾਇਆ ਉਹ ਕਿਹੜਾ ਸੀਗਾ? ਇਹ ਪਹਿਲਾਂ ਸੀ ਜਦੋਂ ਰਿਕਾਰਡਿੰਗ ਕੀਤੀ ਅਸੀਂ, ਇਹ ਰਿਕਾਰਡਿੰਗ ਕੀਤੀ ਭਜੰਗੀ ਗਰੁੱਪ ਨਾਲ। ਅੱਛਾ, ਜਦੋਂ ਤੁਸੀਂ ਥੋੜਾ ਚਿਰ ਤੁਸੀਂ ਮੇਰੇ ਖਿਆਲ 5-6 ਸਾਲ ਰਹੇ ਆ? ਨਹੀਂ, 4 ਸਾਲ। ਹਾਂਜੀ, 4 ਸਾਲ ਰਹੇ। ਹਾਂਜੀ, ਤਾਂ ਮੇਰਾ ਆਈਡੀਆ ਸੀ 5-6 ਸਾਲ। 4 ਸਾਲ ਸੀ, 83 ਐਂਡ ਆਫ 83 ਤੇ ਫਿਰ ਅਸੀਂ ਉਦੋਂ ਬਾਅਦ ਫਿਰ ਆਪਣਾ ਸੰਗੀਤ ਅਲੱਗ ਹੈ ਜੀ, ਤੇ ਤੁਹਾਡਾ ਭਜਨ ਆਪਣਾ ਭਜਨ। ਹਾਂਜੀ, ਉੱਥੋਂ ਨਾਂ ਵੀ ਨਹੀਂ ਦਿੱਤਾ ਸਾਨੂੰ। ਨਾਂ ਵੀ ਨਹੀਂ ਦਿੱਤਾ। ਹਾਂਜੀ। ਤੇ ਸੇਵਾ ਦਾ ਮਤਲਬ ਐਕਸਪਾਇਰ ਹੋ ਗਿਆ। ਹਾਂਜੀ, ਬਿਆਰੇ। ਅੱਛਾ, ਇਹ ਕਿੱਦਾਂ ਸਬੱਬ ਬਣਿਆ? ਤੁਸੀਂ ਕਿੱਦਾਂ ਸਾਰੇ ਆਰਟਿਸਟ, ਸਾਰੇ ਜਿਹੜੇ ਆਰਟਿਸਟ ਸੀਗੇ ਉਹ ਆਪਣੇ ਆਪ 'ਚ ਇਕੱਲੇ ਵੀ ਜੀ ਉਹ ਆਪਣਾ ਨਾਂ ਰੱਖਣ ਵਾਲੇ ਅਸੀਂ ਪਹਿਲਾਂ ਕਲਮਨ ਹੋ ਗਿਆ। ਹਾਂਜੀ, ਅਸੀਂ ਐਕਚੁਅਲੀ ਪਹਿਲਾਂ ਜਦ ਮੈਂ ਤਾਂ ਕਲਵੰਤ ਦੋਨੇ ਭਜੰਗੀ ਗਰੁੱਪ ਸੀ, ਅਸੀਂ ਜਦ ਉਹਨਾਂ ਨੂੰ ਕਲਵੰਤ ਉਸ ਵੇਲੇ ਕੀ ਆਪਣਾ ਕੀਬੋਰਡ ਤੇ ਕੋਡੀ ਵਗੈਰਾ ਕੀਬੋਰਡ ਵਜਾਉਂਦਾ ਸੀ। ਹਾਂਜੀ, ਤਾਂ ਜਦ ਅਸੀਂ ਉਹ ਤੋਂ ਵੱਖ ਹੋਏ ਤਾਂ ਅਸੀਂ ਉਸ ਵੇਲੇ 2 ਜਣੇ ਅਸੀਂ ਇੱਕ ਵੀ ਤੀਜਾ ਬੰਦਾ ਅਸੀਂ ਰਲਿਆ, ਦਵਿੰਦਰਪਾਲ ਕਲਸੀ। ਅੱਛਾ, ਤਬਲਚੀ, ਉਹ ਆਪਣੇ ਕਨੈਚੀ ਵੀ ਵਜਾਉਂਦੇ ਹੁੰਦੇ ਸੀ। ਹਾਂਜੀ, ਕਿਉਂਕਿ ਉਹ ਸਾਨੂੰ ਸਭ ਨੂੰ ਐਕਸਪੀਰੀਅੰਸ ਸੀ, ਕਿਉਂਕਿ ਉਹ ਰਾਜੀਆਂ ਨਾਲ ਵਜਾਉਂਦੇ ਇੱਥੇ ਆਏ। ਠੀਕ। ਅਸੀਂ 3 ਪਹਿਲਾ ਪ੍ਰੋਗਰਾਮ ਜਿਹੜਾ ਕੀਤਾ ਅਸੀਂ ਧਰਮਬਾਜੀ, ਉਹ ਅਸੀਂ 3 ਨੇ, ਉਹ ਵੀ ਅਸੀਂ ਧਾਰਮਿਕ ਸਟੇਜ ਤੋਂ ਸ਼ੁਰੂ ਕੀਤਾ ਸੀ। ਠੀਕ। ਸਟਰੈਟਫੋਰਡ ਰੋਡ ਤੇ ਗੁਰਦੁਆਰਾ, ਉੱਥੇ ਅਸੀਂ ਪਹਿਲਾ ਪ੍ਰੋਗਰਾਮ ਕੀਤਾ 3 ਜਣਿਆਂ ਨੇ। ਉਹ ਤੋਂ ਬਾਅਦ ਫਿਰ ਉਸ ਟਾਈਮ 'ਤੇ ਇੱਦਾਂ ਹੁੰਦੀ ਸੀ ਵੀ ਹੁਣ ਅਸੀਂ ਕਰੀਏ ਐਡਵਰਟਾਈਜ਼ ਕਿੱਦਾਂ ਕਰੀਏ, ਵੀ ਸਾਡਾ ਭਜੰਗੀ ਆਪਣਾ ਗਰੁੱਪ ਨਹੀਂ, ਅਸੀਂ ਨਾਂ ਵੀ ਨਹੀਂ ਸੀ ਉਸ ਵੇਲੇ ਰੱਖਿਆ ਕੋਈ। ਅੱਛਾ, ਠੀਕ। ਫਿਰ ਅਸੀਂ ਪਹਿਲਾਂ ਇੱਕ ਆਪਣੇ ਗੁਜਰਾਤੀਆਂ ਦਾ ਕਲੱਬ ਹੁੰਦਾ ਸੀ ਨਾ ਬੈਲਫੋਰਡ ਰੋਡ 'ਤੇ, ਸਟਰੈਟਫੋਰਡ ਰੋਡ ਤੋਂ, ਉੱਥੇ ਵੀਕਐਂਡ 'ਤੇ ਉਹ ਪ੍ਰੋਗਰਾਮ ਗਰੁੱਪ ਆਉਂਦੇ ਹੁੰਦੇ ਸੀ। ਅਤੇ ਉੱਥੇ ਗਰੁੱਪ ਆਉਣੇ ਤਾਂ ਉਹਨੀ ਤਾਂ ਕਲਵੰਤ ਉੱਥੇ ਜਾਂਦਾ ਹੁੰਦਾ ਕਿਤੇ ਗਲਾਸ ਪੀਣ, ਆਪਣੀ ਫੈਮਿਲੀ ਨਜ਼ਾਰਾ ਦੂਸਰਾ ਹੋਣਾ। ਅਤੇ ਉਹਨੂੰ ਕਹਿਣ ਲੱਗਾ, ਉਹ ਮੁੰਨਾ ਭਾਈ ਕਰੇ ਉਹਦਾ ਨਾਂ ਹੁੰਦਾ ਸੀ, ਭਾਈ ਸਾਹਿਬ ਵੀ ਸਾਡਾ ਵੀ ਇੱਦਾਂ ਗਰੁੱਪ ਆ, ਵੀ ਸਾਨੂੰ ਵੀ ਚਾਂਸ ਦਿਓ, ਹੈ ਨਾ, ਵੀ ਪ੍ਰੋਗਰਾਮ ਕਰਨ। ਸੋ ਅਸੀਂ ਉਹ ਕਹਿੰਦਾ ਕਿੰਨੇ ਜਣੇ? ਉਹ ਕਹਿੰਦਾ ਅਸੀਂ 3 ਜਣੇ ਆ ਗਰੁੱਪ 'ਚ। ਉਹ ਕਹਿੰਦਾ 3 ਤੁਸੀਂ ਕੀ ਕਰੋਗੇ ਯਾਰ, ਵੀ ਇੱਥੇ ਤਾਂ ਆਉਂਦੇ ਆ 6 ਹੁੰਦੇ ਆ ਗਰੁੱਪ 'ਚ। ਉਹ ਕਹਿੰਦਾ ਉਹ ਉਸ ਵੇਲੇ ਧਰ ਭਾਜੀ 150 ਪਾਉਂਡ ਦਿੰਦਾ ਹੁੰਦਾ ਸੀ। ਠੀਕ ਹੈ ਜੀ।
ਤੇ ਕੁਲਵੰਤ ਕਹਿੰਦਾ ਵੀ ਤੂੰ ਸਾਨੂੰ 150 ਪਾਉਂਡ ਨਾ ਦੇਈਂ, ਵੀ ਸਾਨੂੰ ਚਾਂਸ ਦੇ ਦੇ। ਕਹਿੰਦਾ ਚੱਲ ਤੁਸੀਂ ਮੂਲੇ ਮਹੀਨੇ ਆ ਜਿਓ। ਠੀਕ ਹੈ। ਅਸੀਂ ਤਿੰਨਾਂ ਨੇ ਉੱਥੇ ਪ੍ਰੋਗਰਾਮ ਕੀਤਾ, ਸਾਨੂੰ ਉਹਨੇ 150 ਪਾਉਂਡ ਦੇ ਦਿੱਤੇ। ਕਹਿੰਦਾ ਮੂਲੇ ਮਹੀਨੇ ਫਿਰ ਆ ਜਿਓ। ਉਹ ਮਤਲਬ ਸਾਡਾ ਲੋਕਾਂ ਨੇ ਪਸੰਦ ਕੀਤਾ। ਅਸੀਂ ਤਿੰਨੇ ਜਣੇ ਦੋਵੇਂ ਕਹੇ ਭੰਗੜਾ ਗਾਉਂਦਾ ਤੇ ਨਾਲ ਤਾਂ ਬਾਜਾ ਵਜਾਉਂਦਾ ਸੀ, ਮੈਂ ਗਾਉਂਦਾ ਸੀ ਤੇ ਨਾਲ ਤਬਲੇ ਤੇ। ਵਾਹਿਗੁਰੂ ਕਹਿੰਦਾ ਸ਼ੁਰੂਆਤ ਇੱਥੋਂ ਹੋਈ ਆ। ਬਹੁਤ ਦੇਖੋ ਤੁਸੀਂ ਭਮਰਾ ਨੇ ਵੀ, ਤੁਸੀਂ ਵੀ, ਉਹ ਕਲਸੀ, ਹਾਂਜੀ ਅਸੀਂ ਤਿੰਨ ਸੀ ਸ਼ੁਰੂ ਕੀਤਾ। ਉਹ ਕਾਫੀ ਵਧੀਆ ਤਬਲੇ ਤੇ ਸੀਗੇ। ਚੀਨੀ ਉਹਨਾਂ ਦੇ ਨਾਲ ਵੀ ਪਹਿਲਾਂ ਚੀਨੀ ਉਹਨਾਂ ਨੂੰ ਕੰਗ ਸੀ, ਕੰਗ ਢੋਲਕ ਤੇ ਫੇਰ ਦੀ ਉਂਗਲੀ ਲੱਗ ਗਈ ਸੀ, ਕੱਟ ਹੋ ਗਈ ਸੀ ਤਾਂ ਫਿਰ ਹਟ ਗਏ ਥੋੜਾ ਜਿਹਾ। ਹਾਂਜੀ ਤੇ ਅਸੀਂ ਪੁਰਾਣੇ ਟਾਈਮ ਪੁਰਾਣੇ ਤੁਸੀਂ ਸਮਝ ਜਾਂਦੇ ਬੜੀਆਂ ਇਹ 70s ਅਰਲੀ 70s ਦੀਆਂ ਗੱਲਾਂ ਹੈ। ਬਿਲਕੁਲ ਬਿਲਕੁਲ। ਅੱਛਾ, ਜਦੋਂ ਤੁਸੀਂ ਇਸ ਫੀਲਡ 'ਚ ਤੁਰੇ, ਹਾਂਜੀ, ਕਿਉਂਕਿ ਗਾਉਣਾ ਸ਼ੁਰੂ ਕਰਨਾ ਬੜਾ ਸੌਖਾ ਆ, ਬਹੁਤ ਗਰੁੱਪਾਂ ਨੇ ਸ਼ੁਰੂ ਕੀਤਾ। ਹਾਂਜੀ ਇੱਕ ਟਾਈਮ ਸੀ ਬਰਮਿੰਘਮ ਵਿੱਚ ਮੇਰੇ ਖਿਆਲ 15-20 ਗਰੁੱਪ ਹੋ ਗਏ। ਬਿਲਕੁਲ। ਲੇਕਿਨ ਕਿਉਂਕਿ ਜਾਨ ਕਿਸੇ ਕਿਸੇ ਵਿੱਚ ਹੁੰਦੀ ਆ ਜੀ, ਹੁਣ ਬਹੁਤ ਸਾਰੇ ਬੰਦੇ ਪਤਾ ਹੀ ਨਹੀਂ ਕਿੱਧਰ ਗਏ। ਹਾਂਜੀ ਉਹਦੀ ਗੱਲ ਬਿਲਕੁਲ ਬਿਲਕੁਲ। ਕਿਉਂਕਿ ਉਹ ਲੋਕਾਂ ਵਿੱਚ, ਕਿਉਂਕਿ ਤੁਹਾਨੂੰ ਲੋਕਾਂ ਦੀ ਡਿਮਾਂਡ ਪੂਰੀ ਕਰਨੀ, ਲੋਕ ਕੀ ਚਾਹੁੰਦੇ ਆ ਚੀਜ਼ ਬਿਲਕੁਲ ਸਪੈਸ਼ਲ ਵੀ ਆ ਜਾਂਦੀ ਇਹ ਚੀਜ਼ ਤੁਸੀਂ ਕਿੱਦਾਂ ਆਪਣੇ ਆਪ 'ਚ ਲੈ ਕੇ ਆਉਂਦੀ ਕਿ ਲੋਕਾਂ ਦੀ ਚਾਹਤ ਨੂੰ ਪੂਰਾ ਕਰਨਾ। ਅਸੀਂ ਭਾਜੀ ਇੱਕ ਤਾਂ ਤੁਹਾਨੂੰ ਕਿੱਦਾਂ ਤੁਸੀਂ ਉਹ ਤੋਂ ਬਾਅਦ ਸਾਡੇ ਨਾਲ ਗੁਰਚਰਨ ਮਲ ਜੀ ਆਏ। ਹਾਂਜੀ ਠੀਕ। ਇਹ ਉਸਲ ਵੀ ਆਉਂਦਾ ਹੁੰਦਾ ਜਗਤਾਰ ਬਾਸੀ ਹੋਣਾ ਨਾ, ਹਾਂਜੀ ਤਾਂ ਪੱਤੜ ਹੋਣਾ ਨਾ, ਇਹਨੂੰ ਮੈਂ ਅਪਰੋਚ ਕੀਤਾ, ਮੇਰਾ ਯਾਰ ਦੋਸਤ, ਕਿਉਂਕਿ ਭੰਗੜੇ ਦੇ ਵਿੱਚ ਹੁੰਦਾ ਸੀ ਢੋਲੀਆਂ ਦਾ। ਤਾਂ ਮੈਂ ਕਿਹਾ ਵੀ ਇੱਦਾਂ ਕਹਿੰਦਾ ਚੱਲ ਮੈਂ ਤੁਹਾਨੂੰ ਦੱਸੂਗਾ। ਫਿਰ ਇਹ ਆ ਗਿਆ। ਉਸ ਤੋਂ ਬਾਅਦ ਫਿਰ ਭਜਨ ਨੇ ਲਿਆਂਦੇ, ਮੈਂ ਤੁਹਾਨੂੰ ਪਹਿਲਾਂ ਕਰ ਦੇਵਾਂ। ਠੀਕ ਠੀਕ। ਨਿੱਕੀ ਪਟੇਲ ਤੇ ਅਰਜਿੰਦਰ ਕੰਗ, ਜਿਹੜੇ ਪਹਿਲਾਂ ਠੀਕ ਕੰਗ ਭਾਜੀ ਉਹਨਾਂ ਨੂੰ ਵੀ ਆਉਂਦੇ ਹੁੰਦੇ, ਤੁਹਾਡੇ ਸਾਰਿਆਂ ਨਾਲ ਵੀ ਆਏ ਹੋਣੇ। ਤਾਂ ਉਹ ਸੀਗੇ ਚਿਰਾਗ ਪਹਿਚਾਨ ਵਿੱਚ ਮੰਗਲ ਸਿੰਘ ਹੋਣਾ, ਬੰਦਗੀ ਸਿੱਧੂ। ਉਹ ਉਹਨਾਂ ਦੀ ਉੱਧਰੋਂ ਹਟ ਕੇ ਸਾਡੇ ਨਾਲ ਆਏ। ਤਾਂ ਫਿਰ ਅਸੀਂ 6 ਹੋ ਗਏ। ਤਾਂ ਫਿਰ ਅਸੀਂ ਯਾਨੀ ਕਿ ਕਿੱਦਾਂ ਤੁਸੀਂ ਕਹਿੰਦੇ ਆ ਵੀ ਸਾਡਾ ਗਾਉਣ ਦਾ ਸ਼ੌਂਕ, ਉਸ ਵੇਲੇ ਕੰਮ ਵੀ ਸਾਰੇ ਕਰਦੇ ਸੀ, ਫੈਕਟਰੀਆਂ 'ਚ ਕੰਮ ਕਰਦਾ ਸੀ। ਤਾਂ ਇੱਕ ਹੌਬੀ ਸੀਗੀ, ਵੀਕਐਂਡ ਹੁੰਦੇ ਹੌਬੀ ਸੀ, ਨਾਲੇ ਸ਼ੌਂਕ ਪੂਰਾ ਕਰਨਾ। ਹਾਂਜੀ। ਸੋ ਜਦ ਫਿਰ ਅਸੀਂ ਇਹ ਸ਼ੁਰੂ ਕੀਤਾ ਤਾਂ ਫਿਰ ਅਸੀਂ ਸੋਚਿਆ ਵੀ ਅਸੀਂ ਐਲਬਮ ਆਪਣੀ ਇੱਕ ਬਣਾਈਏ। ਫਿਰ ਅਸੀਂ ਪਹਿਲੀ ਐਲਬਮ ਰਿਕਾਰਡ ਕੀਤੀ, ਆਪਣਾ ਸੰਗੀਤ ਬਾਏ ਆਪਣਾ ਸੰਗੀਤ। ਐਲਬਮ ਦਾ ਨਾਮ ਸੀ ਜਿਹਦੇ ਵਿੱਚ ਸਾਡੀਆਂ ਅਸੀਂ ਗੁੰਨਾ ਇਸ਼ਕ ਮਿੱਠਾ ਬੋਲੀਆਂ ਵੀ ਅਸੀਂ ਵੀਰ ਮੇਰੇ ਨੇ ਸਾਊਥ ਹਾਲ ਤੋਂ ਭਾਬੀ ਵਿਆਹ ਕੇ ਲਿਆਂਦੀ ਹੈ ਨਾ। ਤਾਂ ਉਹਦੇ ਵਿੱਚ ਸੀ ਨੱਚ ਪਈਆਂ ਮੁਟਿਆਰਾਂ ਗਿੱਧੇ ਵਿੱਚ ਹਾਣ ਦੀਆਂ। ਠੀਕ ਠੀਕ। ਉਹ ਅਸੀਂ ਫਿਰ ਪਹਿਲੀ ਐਲਬਮ ਕੀਤੀ। ਉਹ ਰਿਕਾਰਡਿੰਗ ਐਲਬਮ 'ਤੇ ਤਾਂ ਕਹਿੰਦੇ ਉਹ ਨਿੱਕੀ ਦੇ ਘਰ ਕੀਤੀ। ਓਕੇ। ਉਹ ਘਰ ਦੀ ਰਿਕਾਰਡਿੰਗ ਹੈ। ਨੋਰਮਲ ਮਾਈਕ SM58 ਮਾਈਕ ਇਹੀ ਹੁੰਦੇ ਸੀ। ਉਹ ਕੋ ਰਿਕਾਰਡਿੰਗ ਦਾ ਉਹਨੇ ਛੋਟਾ ਜਿਹਾ ਬਣਾਇਆ ਸੀ। 4 ਉਸ ਵੇਲੇ ਹੁੰਦਾ ਸੀ 4 ਟਰੈਕ ਵਾਲਾ ਸਕੂਲ ਹੁੰਦੇ ਸੀ, ਤੁਹਾਨੂੰ ਤਾਂ ਪਤਾ ਹੀ ਆ। ਉਹ 'ਤੇ ਅਸੀਂ ਉਹ ਰਿਕਾਰਡਿੰਗ ਕੀਤੀ। ਉਹ ਘਰ ਬੈਡਰੂਮ ਦੀ ਰਿਕਾਰਡਿੰਗ ਆ। ਹਾਂਜੀ। ਉਹ ਕੁਦਰਤੀ ਸਾਡੀ ਰਿਕਾਰਡਿੰਗ ਲੋਕਾਂ ਨੇ ਕਾਫੀ ਪਸੰਦ ਕੀਤੀ। ਹਾਂ, ਮੈਂ ਤੁਹਾਨੂੰ ਇੱਥੇ ਰੋਕਣਾ ਕਿ ਆਪਾਂ ਮਿਸ ਨਾ ਕਰ ਦਈਏ। ਹਾਂਜੀ। ਇਸ ਐਲਬਮ ਦਾ ਗਾਣਾ ਕੋਈ ਵੀ ਜਿਹੜਾ ਤੁਸੀਂ ਗਾਇਆ ਇਸ ਐਲਬਮ ਦਾ? ਹਾਂ ਹਾਂਜੀ। ਇਸ ਐਲਬਮ ਦਾ ਗਾਣਾ ਇਹ ਪਹਿਲਾਂ ਤਾਂ ਆਹੀ ਸੀਗਾ, ਨੱਚ ਪਈਆਂ ਮੁਟਿਆਰਾਂ। ਹੋ ਨੱਚ ਪਈਆਂ ਮੁਟਿਆਰਾਂ ਵੇ ਗਿੱਧੇ ਵਿੱਚ ਹਾਣ ਦੀਆਂ, ਨੱਚ ਪਈਆਂ ਮੁਟਿਆਰਾਂ ਵੇ ਗਿੱਧੇ ਵਿੱਚ ਹਾਣ ਦੀਆਂ। ਉਹ ਖਿੜੀਆਂ ਹਾਈ ਨੀ ਉਹ ਖਿੜੀਆਂ ਵਾਂਗ ਗੁਲਜ਼ਾਰਾਂ ਵੇ ਗਿੱਧੇ ਵਿੱਚ ਹਾਣ ਦੀਆਂ। ਜਾਨੀ ਉਹ ਜਦੋਂ ਤੁਸੀਂ ਹੋ ਨਾ ਇੱਕ ਮਿਸਰਾ ਗਾਉਂਦੇ ਆ ਜੀ, ਜਾਨੀ ਉਹ ਵਕਤ ਯਾਦ ਆ ਜਾਂਦਾ। ਕਿਉਂਕਿ ਜਿਹੜੀ ਪੰਜਾਬੀ ਗਾਇਕੀ ਆ ਇਹਦੀ ਇੱਕ ਖੂਬਸੂਰਤੀ ਇਹ ਵੀ ਸੀ ਕਿ ਜਿਹੜਾ ਵਕਤ ਆ, ਤੁਹਾਡੀ ਸੰਗਤ, ਤੁਹਾਨੂੰ ਉਹ ਜਿਹੜੇ ਤੁਹਾਡੇ ਸਹਿਯੋਗੀ ਬੰਦੇ ਸੀ, ਉਹ ਤੁਹਾਡੇ ਫੈਨਸ ਨੂੰ ਸਾਰੀ ਜਿਹੜੀ ਸਟੋਰੀ ਤੁਹਾਡੇ ਅੱਖਾਂ ਸਾਹਮਣੇ ਆ ਜਾਂਦੀ। ਹਾਂਜੀ ਹਾਂਜੀ। ਕਿੱਦਾਂ ਦਾ ਉਹ ਟਾਈਮ ਸੀ ਇਹ। ਔਰ ਇਹ ਤੁਹਾਡਾ ਗਾਣਾ ਬਹੁਤ ਕਾਮਯਾਬ ਜੀ ਰਿਹਾ, ਲੋਕਾਂ ਨੇ ਬੜਾ ਇਹਨੂੰ ਮਾਣ ਦਿੱਤਾ ਸੀ। ਤੇ ਇੱਕ ਗਾਣਾ ਤੁਸੀਂ ਗਾਇਆ ਸੀਗਾ, ਜੁਗ ਪਲਟਾਊ, ਮੈਂ ਗਾਣਾ ਉਹਨੂੰ ਕਹਿ ਦਿੰਦਾ ਕਿ ਉਹ ਗਾਣਾ ਜਦੋਂ ਤੁਸੀਂ ਰਿਕਾਰਡ ਕੀਤਾ, ਜਿੰਨੀ ਉਹਦੀ ਪਾਵਰ ਉਦੋਂ ਸੀ, ਅੱਜ ਉਹਦੀ ਪਾਵਰ ਉਦੋਂ ਵੀ ਜ਼ਿਆਦਾ। ਔਰ ਜਿਉਂ-ਜਿਉਂ ਵਕਤ ਗੁਜ਼ਰਦਾ ਉਹਦੀ ਬਿਊਟੀ ਵੀ ਜਿਹੜੀ ਉਹ ਲੋਕਾਂ ਸਾਹਮਣੇ ਆਉਂਦੀ ਆ, ਔਰ ਪਪੂਲਰਿਟੀ ਹੋਰ ਵੀ ਲੋਕ ਖੜ ਕੇ ਸੁਣਦੇ ਆ। ਜਿਵੇਂ ਸੋਹਰ ਰੋਡ ਉੱਤੇ ਲੱਗਦਾ ਉਸ ਗਾਣੇ ਨੂੰ ਤੁਹਾਨੂੰ ਬਹੁਤ ਉਹ ਗਾਣਾ ਕਿੱਦਾਂ ਤੁਹਾਡੇ ਕੋਲ ਆਇਆ? ਉਹ ਐਕਚੁਅਲੀ ਕੋਈ ਵੀ ਗਾਣਾ ਤਾਂ ਮਜੇ ਇਹਦੀ ਇੱਕ ਕਹਾਣੀ ਹੁੰਦੀ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹ ਗਾਣਾ ਅਸੀਂ 86 'ਚ ਇੰਡੀਆ ਬੰਬੇ ਰਿਕਾਰਡ ਕਰਨ ਚੱਲੇ ਸੀ ਐਲਬਮ। ਠੀਕ। ਅਸੀਂ ਉਸ ਟਾਈਮ 'ਤੇ
ਮੈਂ ਤਾਂ ਜਿੰਦਰ ਕੰਗ ਜੋ ਕਿ ਚਿਰਾਗ ਪਹਿਚਾਨ ਚੋਂ ਆਇਆ ਸੀ, ਅਸੀਂ ਪੱਬ 'ਚ ਇੱਦਾਂ ਬੈਠੇ ਹਾਂ ਤਾਂ ਕਹਿੰਦਾ ਗਾਣਾ ਅਸੀਂ ਸਿਲੈਕਟ ਗਾਣੇ ਕੀਤੇ ਸੀ, ਕਹਿੰਦਾ ਯਾਰ ਇਹ ਗਾਣਾ ਸੀ ਵੀ ਚਿਰਾਗ ਪਹਿਚਾਨ ਨੇ ਉਹਨੇ ਰਿਕਾਰਡ ਨਹੀਂ ਕੀਤਾ। ਅੱਛਾ ਠੀਕ ਵੀ ਉਹ ਗਾਣਾ ਮੈਂ ਕਿਹਾ ਤੂੰ ਬੋਲ ਸੁਣਾ, ਤਾਂ ਮੈਨੂੰ ਨਹੀਂ ਸੁਣਾ ਵੀ ਸੋਹੋ ਰੋਡ ਉੱਤੇ ਲੱਭਦਾ ਫਿਰ। ਮੈਂ ਕਿਹਾ ਵੀ ਜਿੰਦਰ ਗਾਣਾ ਤਾਂ ਠੀਕ ਲੱਗਦਾ, ਚੱਲ ਆਪਾਂ ਰਿਕਾਰਡ ਕਰਦੇ ਹਾਂ, ਆਪਾਂ ਹੁਣ ਇੰਡੀਆ ਜਾਣਾ। ਠੀਕ ਹੈ, ਹਾਂ ਠੀਕ। ਉਹ ਗਾਣਾ ਇੰਡੀਆ ਤੋਂ ਆਏ ਸੀ ਜੋਸ਼ੀਲਾ ਜੀ, ਠੀਕ ਬੰਗਿਆਂ ਦੇ, ਉਹਨੇ ਇਹ ਗਾਣਾ ਰਾਈਟਰ ਸੀ, ਉਹਨੇ ਇਹ ਗਾਣਾ ਲਿਖਿਆ ਸੀ, ਅਮਰਜੀਤ ਸਿੱਧੂ ਨੇ ਲਿਖਾਇਆ ਸੀ। ਅਮਰਜੀਤ ਸਿੱਧੂ ਉਸ ਵੇਲੇ ਸੋਹੋ ਰੋਡ 'ਤੇ ਫਾਰਮਾਸਿਸਟ ਦਾ ਕੰਮ ਕਰਦਾ ਹੁੰਦਾ। ਠੀਕ। ਪੰਜਾਬੀ ਪੋਸਟ ਵਾਲੇ ਕੁਲਦੀਪ ਭਾਜੀ ਉਹਨਾਂ ਕੋਲ ਰਾਈਟਰ ਆਇਆ ਸੀ, ਕੁਲਦੀਪ, ਉਹ ਕੁਲਦੀਪ ਲੈ ਕੇ ਗਿਆ ਸੀ ਤਾਂ ਅਮਰਜੀਤ ਨੇ ਕਿਹਾ ਸੀ ਤੂੰ ਇੱਦਾਂ ਇੱਥੇ ਗਾਣਾ ਲਿਖ ਦੇ ਬੱਚਾ ਸੋਹੋ ਰੋਡ 'ਤੇ। ਉਹਨੇ ਇਹ ਗਾਣਾ ਲਿਖਿਆ ਸੀ, ਚਿਰਾਗ ਪਹਿਚਾਨ ਨੇ ਰਿਕਾਰਡ ਨਹੀਂ ਕੀਤਾ, ਉਹਨਾਂ ਦੇ ਪਸੰਦ ਨਹੀਂ ਆਇਆ, ਉਹਨੇ ਰਿਕਾਰਡ ਨਹੀਂ ਕੀਤਾ, ਅਸੀਂ ਇਹ ਰਿਕਾਰਡ ਕੀਤਾ 86। ਅਸੀਂ ਉਸ ਟਾਈਮ 'ਤੇ 20 ਗਾਣੇ ਕੀਤੇ 4 ਦਿਨਾਂ 'ਚ ਬੰਬੇ ਰਿਕਾਰਡ, 2 ਐਲਬਮਾਂ ਕੀਤੀਆਂ ਸੀ ਉੱਥੇ। ਫਿਰ ਅਸੀਂ ਇਹ ਸੋਹੋ ਰੋਡ ਗਾਣਾ ਰਿਕਾਰਡ ਕੀਤਾ। ਤਾਂ ਬਾਕੀ ਉਹਦੀ ਦੇਖੋ ਜੀ, ਇਹ ਮੈਂ ਕਹਿੰਦਾ ਹੁੰਦਾ ਵੀ ਉਹਦੀ ਵਾਹਿਗੁਰੂ ਦੀ ਕਿਰਪਾ, ਜਿਹਨੂੰ ਗਾਣਾ ਮਿਲਣਾ ਸੀ ਉਹ ਕਿੱਦਾਂ ਸਾਡੀ ਕਿਸਮਤ ਜਾ ਕੇ ਉਹ ਗਾਣਾ ਲਿਖਿਆ ਸੀ ਉਹ, ਇਸ ਕਰਕੇ ਇੱਦਾਂ ਉਹ ਗਾਣਾ ਮਿਲਿਆ। ਤਾਂ ਇਸ ਗਾਣੇ ਨੇ ਐਵੇਂ ਕਹਿ ਦਈਏ ਸਾਨੂੰ ਬਹੁਤ। ਮੈਨੂੰ ਅੱਜ ਹੀ ਪਤਾ ਲੱਗਾ ਕਿ ਜੋਸ਼ੀਲਾ ਸਾਹਿਬ ਕਾਫੀ ਸੀਰੀਅਸਲੀ ਬਿਮਾਰ ਆ, ਹਸਪੀਟਲ ਦੇ ਵਿੱਚ ਉਹ। ਤੇ ਸਵੇਰੇ ਉਹਦਾ ਭਰਾ, ਕਿਉਂਕਿ ਮੇਰਾ ਪਿੰਡ ਵੀ ਬੰਗਿਆ ਨਾਲ ਹੀ ਆ ਨਾ। ਅੱਛਾ ਠੀਕ ਹੈ, ਠੀਕ। ਮਜਾਰਾ ਰਾਜਾ ਸਾਹਿਬ ਦਾ, ਸੋ ਇਸ ਕਰਕੇ ਠੀਕ ਹੈ। ਨਹੀਂ, ਜੋਸ਼ੀਲਾ ਸਾਹਿਬ ਦਾ ਬਹੁਤ ਵੱਡਾ ਨਾਮ ਪੰਜਾਬੀ ਗੀਤਕਾਰੀ ਦੇ ਵਿੱਚ। ਹਾਂਜੀ ਹਾਂਜੀ। ਉਹਨਾਂ ਦੇ ਗਾਣੇ ਜਗਮੋਹਨ ਕੌਰ ਨੇ, ਹਾਂਜੀ ਹਾਂਜੀ, ਤੇ ਦੀਪ ਜਾਂ ਬੀਬਾ ਜੀ ਲਾਲੋ, ਬਹੁਤ ਗਾਣੇ ਉਹਨਾਂ ਦੇ ਗਾਏ। ਪਰ ਅੱਜ ਕੱਲ੍ਹ ਉਹਨਾਂ ਦੀ ਸਿਹਤ ਕਾਫੀ ਖਰਾਬ ਆ, ਵੀ ਹੋਪ ਹੀ ਗੈਟਸ। ਅੱਛਾ, ਜਦੋਂ ਤੁਸੀਂ ਇਹ ਗਾਣਾ ਗਾਇਆ ਕਿਸੇ ਨੇ ਇਤਰਾਜ਼ ਨਹੀਂ ਕੀਤਾ ਵੀ ਸੋਹੋ ਰੋਡ ਤਾਂ ਸਾਰੇ ਸਾਂਝਾ ਤੁਸੀਂ ਇਕੱਲੇ ਲੱਭਦੇ ਫਿਰਦੇ? ਨਹੀਂ, ਇਤਰਾਜ਼ ਨਹੀਂ ਕੀਤਾ, ਪਰ ਉਸ ਗਾਣੇ ਦੇ ਵਿੱਚ ਕੁਦਰਤੀ ਕਈ ਚੀਜ਼ਾਂ ਹੁੰਦੀਆਂ ਹੈ ਨਾ। ਉਸ ਜਦੋਂ ਗਾਣਾ ਸੀ ਰਿਕਾਰਡ ਕੀਤਾ, ਇੱਕ ਤਾਂ ਜਿੰਨੀ ਸਿੰਪਲਸਿਟੀ ਹੋਵੇ ਵਜਲ ਕਹਿੰਦੇ ਉਹਨਾਂ ਗਾਣਾ ਵਧੀਆ ਹੁੰਦਾ, ਲੋਕਾਂ ਦੇ ਮੂੰਹ ਚੜ੍ਹਦਾ। ਬਿਲਕੁਲ। ਔਰ ਉਸ ਦੇ ਨਾਲ ਉਸ ਟਾਈਮ 'ਤੇ ਉਹ ਕੰਨਾਂ ਵਿੱਚ ਮੁੰਦਰ ਵਾ ਕੇ ਲੋਕ ਕੰਨਾਂ 'ਚ ਮੁੰਦਰਾ ਪਾਉਣ ਲੱਗ ਪਏ, ਇਹ ਵੀ ਰਿਵਾਜ ਫੈਸ਼ਨ ਬਣ ਗਿਆ। ਮੇਰੇ ਨਹੀਂ ਸੀ ਭਾਈ ਉਸ ਟਾਈਮ 'ਤੇ ਜਦ ਮੈਂ ਰਿਕਾਰਡ ਕੀਤਾ, ਡੈਡੀ ਤੋਂ ਡਰ ਲੱਗਦਾ ਸੀ। ਹਾਂਜੀ, ਤਾਂ ਮੈਂ ਨਹੀਂ ਸੀ ਪਾਈ, ਲੇਕਿਨ ਇਹ ਫੈਸ਼ਨ ਬਣ ਗਿਆ। ਹੁਣ ਇਸ ਵੇਲੇ ਤੁਹਾਨੂੰ ਜੋ ਗਾਣੇ ਦੀ ਇੰਨੀ ਖੂਬਸੂਰਤੀ ਹੈ ਵੀ ਲੋਕ ਬਾਹਰਲੇ ਮੁਲਕ 'ਚੋਂ ਵੀ ਸੋਹੋ ਰੋਡ ਦੇਖਣ ਆਉਂਦਾ। ਵੀ ਉਹ ਚੀਜ਼ ਹੈ ਤਾਂ ਛੋਟੀ ਰੋਡ, ਤੁਹਾਨੂੰ ਪਤਾ ਲੱਗਿਆ, ਤੁਸੀਂ ਉੱਥੇ ਰਹੇ ਆ। ਮਤਲਬ ਉਹ ਚੀਜ਼ ਇੱਕ ਕਹਿੰਦੇ ਕੋਈ ਚੀਜ਼ ਜਦ ਬਣ ਜਾਂਦੀ ਹੈ ਨਾ, ਇਹ ਐਵਰਗ੍ਰੀਨ ਚੀਜ਼ ਰਹਿ ਜਾਂਦੀ ਆ। ਕਿੱਦਾਂ ਹੁਣ GT ਰੋਡ ਰੱਖ ਲਓ, ਮਾਨਕ ਸਾਹਿਬ ਜੀ ਨੇ ਗਾਇਆ, ਭਾਵੇਂ ਹੋਰ GT ਰੋਡ 'ਤੇ ਜਿੰਨੇ ਮਰਜ਼ੀ ਗਾਣੇ, ਜੋ ਮਾਨਕ ਸਾਹਿਬ ਗਾ ਗਏ ਉਹ ਗਾ, ਬਿਲਕੁਲ ਸਹੀ ਆ। ਉਹਨੂੰ ਅਸੀਂ ਮੈਂ ਭਾਵੇਂ GT ਰੋਡ ਲੈ ਕੇ ਜੋ ਮਰਜ਼ੀ ਗਾ ਲਵਾਂ, ਉਹ ਚੀਜ਼ ਨਹੀਂ ਬਣ ਸਕਦੀ। ਇਹ ਕੁਦਰਤ ਚੀਜ਼ ਹੁੰਦੀ ਆ। ਕਈ ਗਾਣੇ ਹੁੰਦੇ ਆ ਉਹਦੇ ਵਿੱਚ ਤੁਹਾਡੀ ਆਵਾਜ਼ ਪਤਾ ਨਹੀਂ ਕੁਦਰਤ ਵੱਲੋਂ, ਉਹਦੇ ਵਿੱਚ ਬਿਊਟੀ ਇੰਨੀ ਆ ਜਾਂਦੀ ਹੈ, ਇੱਕ ਮਿਸਾਲ ਬਣ ਜਾਂਦੀ ਆ। ਹੁਣ ਬਹੁਤ ਸਾਰੇ ਗਾਣੇ ਮਾਨਕ ਸਾਹਿਬ ਨੇ ਗਾਏ, ਬਹੁਤ ਬੁਲੰਦ ਆਵਾਜ਼, ਲੇਕਿਨ ਜਿੱਦਾਂ ਦੀ ਆਵਾਜ਼ ਉਹਨਾਂ ਦੀ GT ਰੋਡ 'ਚ ਆਈ ਆ, ਉੱਦਾਂ ਦੀ ਆਵਾਜ਼ ਕਿਸੇ ਰਿਕਾਰਡ ਨਹੀਂ। ਉਹ ਸਿੰਪਲੀ ਉਹੀ ਹੈ ਨਾ, ਕੋਈ ਨਾ ਚੀਜ਼ ਉਹ ਇਹ ਕੁਦਰਤੀ ਹੁੰਦੀ ਆ। ਹਾਲਾਂਕਿ ਉਹ ਵੀ ਰਿਕਾਰਡਿੰਗ ਕਿਸੇ ਦੇ ਘਰ ਕੀਤੀ ਮਤਲਬ ਕਹਿਣ ਦਾ। ਸੋ ਇਹ ਚੀਜ਼ ਸੀ, ਉਹ ਕੁਦਰਤੀ ਸਾਨੂੰ ਇਹ ਗਾਣੇ ਨੇ ਵੀ ਕਹਿ ਦਈਏ ਦੁਨੀਆ ਦਿਖਾ ਦਿੱਤੀ। ਜਿਹੜੀ ਇਹ ਰਿਕਾਰਡਿੰਗ ਜਿਹੜੀ GT ਰੋਡ 'ਤੇ ਇਹ ਫਗਵਾੜੇ ਕਿਸੇ ਦੇ ਘਰ ਸੀ, ਉੱਥੇ ਘਰ ਰਿਕਾਰਡਿੰਗ ਕੀਤੀ ਕਿ ਸਟੂਡੀਓ ਟਾਈਮ ਹੀ ਨਹੀਂ ਸੀ। ਜਦੋਂ ਨਾ ਇਹਨਾਂ ਨੇ ਫਿਲਮ ਬਣਾਈ ਆ ਬਲਬੀਰੋ ਭਾਬੀ, ਉਸ ਦੌਰਾਨ ਦੀ ਗੱਲ ਸੀ, ਚੰਦ ਗਰਾਣਾ ਵਾਲਾ ਤੇ ਦੇਵ ਤਰੀਕੇ ਵਾਲੇ ਨੇ ਕੀਤੀ ਸੀ। ਤੇ ਉਸ ਦੌਰਾਨ 'ਚ ਮੈਨੂੰ ਪੂਰੀ ਸਟੋਰੀ ਨਹੀਂ ਆਪਾਂ ਦੱਸਣੀ, ਕਿਉਂਕਿ ਉਸ ਵੇਲੇ ਤੇ ਵਰਿੰਦਰ ਹੁਣੀ ਫਿਲਮ ਬਣਾਉਣ ਲੱਗੇ ਸੀ, ਫਿਰ ਇਹਨੂੰ ਬਲਬੀਰੋ ਭਾਬੀ ਫਿਲਮ ਬਣਾਈ ਸੀਗੀ। ਤੇ ਉਸ ਦੌਰਾਨ 'ਚ ਇਹ ਗਾਣਾ ਉਹਨੇ ਰਿਕਾਰਡ ਕੀਤਾ ਸੀ। ਲੰਬੜਦਾਰੀ ਵੀ ਉਦੋਂ ਬਣਦੀ ਸੀਗੀ। ਜੀ ਉਸ ਤੋਂ। ਸੋ ਇਸ ਕਰਕੇ ਸੋਹੋ ਰੋਡ ਤੁਹਾਨੂੰ ਹੁਣ ਐਵੇਂ ਕਹਿੰਦੇ, ਕਿਉਂਕਿ ਆਪਾਂ ਇਹਨੂੰ ਮਿਸ ਨਹੀਂ ਕਰਨਾ, ਕਿਉਂਕਿ ਜ਼ਰੂਰ ਭਾਵੇਂ ਪੂਰਾ ਸੁਣਾ ਜਿੰਨਾ ਵੀ ਹੋਣਾ। ਸੋਹੋ ਰੋਡ ਉੱਤੇ ਤੈਨੂੰ ਲੱਭਦਾ ਫਿਰਾਂ ਨੀ, ਮਕੰਨਾਂ ਵਿੱਚ ਮੁੰਦਰਾਂ ਪਾ ਕੇ, ਇੰਡੀਆ 'ਚ ਅੱਖਾਂ 'ਚੋਂ ਲੜਾਈਆਂ ਮੇਰੇ ਨਾਲ ਸੀ, ਭੁੱਲ ਗਏ ਬਲੈਤ ਵਿੱਚ ਆ ਕੇ। ਸੋਹੋ ਰੋਡ ਉੱਤੇ ਤੈਨੂੰ ਲੱਭਦਾ ਫਿਰਾਂ ਨੀ, ਮਕੰਨਾਂ ਵਿੱਚ ਮੁੰਦਰਾਂ ਪਾ ਕੇ। ਬੈਡਫੋਰਡ ਡਰ ਵੀ ਕਵੰਟਰੀ ਵੀ ਟੋਲਿਆ,
ਲੰਡਨ ਦੇ ਰੇਤ ਚੱਪਾ ਚੱਪਾ ਫੁੱਲਿਆ ਮਿਡਲੈਂਡ ਵਿੱਚ ਨੀ ਮੈਂ ਬੈਠ ਗਿਆ ਹਾਰ ਕੇ ਸੋਹਰੋੜੀ ਉੱਤੇ ਡੇਰਾ ਲਾ ਕੇ ਇੰਡੀਆ 'ਚ ਅੱਖਾਂ ਜੋ ਲੜਾਈਆਂ ਮੇਰੇ ਨਾਲ ਸੀ ਭੁੱਲ ਗਏ ਬਲੈਤ ਵਿੱਚ ਆ ਕੇ ਸੋਹਰੋੜੀ ਉੱਤੇ ਸੋਹਰੋੜੀ ਉੱਤੇ ਸੋਹਰੋੜੀ ਉੱਤੇ ਤੈਨੂੰ ਲੱਭਦਾ ਫਿਰਾਂ ਨੀ ਮੈਂ ਕੰਨਾਂ ਵਿੱਚ ਮੁੰਦਰਾਂ ਪਾ ਕੇ। ਵਾਹ ਜੀ ਵਾਹ, ਮੈਂ ਤਾਂ ਭੁੱਲ ਹੀ ਗਿਆ ਸੀ ਗੱਲ ਕਰਦੇ ਕਿਉਂਕਿ ਇਹਦੇ ਵਿੱਚ ਇੱਕ ਜਿਹੜਾ ਸੰਗੀਤ ਦਾ ਉਹਨੂੰ ਕੀ ਕਹਿੰਦੇ ਆ ਕਿ ਜਿਹੜੀ ਆਵਾਜ਼ ਦੀ ਪਾਵਰ ਆ ਜੀ, ਇਸ ਗਾਣੇ ਨੂੰ ਤੁਸੀਂ ਇੱਦਾਂ ਦੀ ਵਧੀਆ ਆਵਾਜ਼ ਦੀ ਔਰ ਲੋਕਾਂ ਦੇ ਮਨਾਂ ਤੱਕ ਇਹ ਪਹੁੰਚੀ। ਔਰ ਅੱਜ ਵੀ ਜਦੋਂ ਤੁਸੀਂ ਗਾਣਾ ਗਾਉਂਦੇ ਇੱਦਾਂ ਇਹ ਤੁਸੀਂ ਬਿਲਕੁਲ ਰਾਈਟ ਗੱਲ ਕੀਤੀ ਆ ਕਿ ਵੀ ਜਿਹਦੇ ਹਿੱਸੇ ਗਾਣਾ ਆਉਣਾ ਉਹਦੇ ਹਿੱਸੇ ਹੁੰਦਾ ਜਾਣੀ ਇਹਨੂੰ ਆਵਾਜ਼ ਵੀ ਬਾਕੀ ਜਿੱਥੋਂ ਤੱਕ ਹੈਗੀ ਆ ਹੋਰ ਸਿੰਗਰਾਂ ਦੀ ਹਰ ਕੋਈ ਇਨਸਾਨ ਦੀ ਆਪਣੀ ਆਵਾਜ਼ ਬਿਲਕੁਲ ਬਿਲਕੁਲ ਜੀ ਆਪੋ ਆਪਣੇ ਵਾਲੇ ਤੇ ਉਹਨਾਂ ਦਾ ਗਾਣਾ ਗਾਉਂਦੇ ਸ਼ਾਇਦ ਉਹ ਇੰਨਾ ਪਪੂਲਰ ਨਾ ਹੁੰਦਾ ਜਾਂ ਹੋ ਸਕਦਾ ਇਹਨੂੰ ਜ਼ਿਆਦਾ ਵੀ ਹੋ ਸਕਦਾ ਪਤਾ ਨਹੀਂ, ਪਰ ਜਿਹੜੀ ਇਹ ਤੁਹਾਨੂੰ ਬਖਸ਼ਿਸ਼ ਹੋਈ ਜੀ ਇਸ ਗਾਣੇ ਉਹਦੀ ਵਾਹਿਗੁਰੂ ਦੀ ਹੈ ਜੀ, ਬਸ ਇਹ ਕੁਦਰਤ ਦਾ ਕ੍ਰਿਸ਼ਨ ਕਹਿ ਸਕਦੇ ਆ ਬਿਲਕੁਲ। ਔਰ ਇਹ ਗਾਣਾ ਆਉਣ ਵਾਲੀਆਂ ਸਦੀਆਂ ਤੱਕ ਜਿੰਦਾ ਰਹੂਗਾ ਔਰ ਉਹਦੀ ਬਦੌਲਤ ਇਹ ਧੰਨ ਭਾਜੀ ਜਾਂ ਪਹਿਲੀ ਵਾਰ ਅਸੀਂ ਕੈਨੇਡਾ ਟੂਰ ਕਰਨ ਗਏ ਹਾਂ, ਅਸੀਂ ਗੁਰਦੁਆਰੇ ਮੱਥਾ ਟੇਕਣ ਮੈਨੂੰ ਆਉਣ ਲੱਗਾ ਸੀਗਾ ਪਹਿਲਾਂ ਸੌਰੀ ਤਾਂ ਅਸੀਂ ਕਿ ਪਹਿਲੇ ਸ਼ੋਅ ਤੋਂ ਬਾਅਦ ਪਤਾ ਨਹੀਂ ਸਾਡਾ ਕਿੱਦਾਂ ਸ਼ੋਅ ਹੋਣਾ, ਤਾਂ ਅਸੀਂ ਗੁਰਦੁਆਰੇ ਮੱਥਾ ਟੇਕਣ ਗਏ ਤਾਂ ਤੁਸੀਂ ਬੁੜੀਆਂ ਨਹੀਂ ਕਿਤੇ ਪਿਛਲੇ ਉਹ ਸੋਹਰੋੜੇ ਆ ਗਏ, ਸੋਹਰੋੜ ਵਾਲੇ ਆ ਗਏ ਉੱਥੇ ਸਾਡੀ ਐਡਵਰਟਾਈਜ਼ ਉਹਨੇ ਇਸ ਗਾਣੇ ਦੀ ਕਰਕੇ ਟੀਵੀ ਤੇ ਐਡਵਰਟਾਈਜ਼ ਕੀਤੀ ਸੀ। ਠੀਕ ਹੈ, ਤਾਂ ਲੋਕਾਂ ਨੂੰ ਪਤਾ ਵੀ ਇਹ ਸੋਹਰੋੜ ਵਾਲੇ ਆ, ਸਾਨੂੰ ਉਹ ਸੋਹਰੋੜ ਵਾਲਾ ਸਾਡਾ ਸਾਡੇ ਨਾਂ ਤਾਂ ਕੋਈ ਜਾਣਦਾ ਨਹੀਂ ਸੀ। ਅੱਛਾ, ਤੁਸੀਂ ਇੰਗਲੈਂਡ ਦੇ ਵਿੱਚ ਤੁਹਾਡੀ ਜਿਹੜੀ ਬਹੁਤ ਪਪੂਲਰਿਟੀ ਹੋਈ ਜੀ ਕਿਉਂਕਿ ਸਿੰਗਰ ਤਾਂ ਪਹਿਲਾਂ ਵੀ ਸੀਗੇ ਬਹੁਤ ਸੀ, ਔਰ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਵੀ ਨਾਲੀ ਪਾਰਟੀ ਵਾਲੇ ਔਰ ਉਹਨੇ ਬਹੁਤ ਜ਼ਬਰਦਸਤ ਕੰਮ ਕੀਤਾ ਮਿਊਜ਼ੀਕਲ ਇੰਡਸਟਰੀ ਵਿੱਚ ਜੀ। ਤੇ ਤੁਹਾਡੀ ਇੱਕ ਤਰ੍ਹਾਂ ਦੀ ਤੁਸੀਂ ਤੁਹਾਨੂੰ ਦੇਖ ਕੇ ਲੋਕ ਭੰਗੜਾ ਪਾਉਣ ਲੱਗ ਪੈਂਦੇ ਸੀ। ਸਾਡੇ ਐਕਚੁਅਲੀ ਸਾਰੇ ਮੁੰਡੇ ਧਰਮ ਭਾਜੀ ਬਹੁਤ ਐਕਟਿਵ ਸੀ ਕਿਉਂਕਿ ਤੁਸੀਂ ਇੱਕ ਟ੍ਰੈਂਡ ਸ਼ੁਰੂ ਕੀਤਾ ਜਦੋਂ ਕੋਈ ਚੀਜ਼ ਨਵੀਂ ਪੇਸ਼ ਕਰਨੀ ਹੁੰਦੀ ਨਾ ਉਹ ਲੋਕਾਂ ਤੇ ਅਸਰ ਕਰਦੀ ਹੈ ਜਾਂ ਤੁਸੀਂ ਪਾਸ ਹੋਣੇ ਦਾ ਫੇਲ ਹੁੰਦੇ ਆ ਕਈ ਵਾਰ ਤੁਸੀਂ ਨਵਾਂ ਕੋਈ ਕੋਸ਼ਿਸ਼ ਕਰਦੇ ਆ ਲੋਕ ਉਹਨੂੰ ਐਕਸੈਪਟ ਨਹੀਂ ਕਰਦੇ। ਤੁਸੀਂ ਪਹਿਲਾ ਗਰੁੱਪ ਸੀਗਾ ਜਿਨ੍ਹਾਂ ਨੇ ਸਟੇਜ ਤੇ ਗਾਉਣ ਦੇ ਨਾਲ ਡਾਂਸ ਕਰਨਾ ਵੀ ਸ਼ੁਰੂ ਕੀਤਾ, ਢੋਲ ਵੀ ਡਾਂਸ ਕੀਤਾ। ਨਹੀਂ ਤਾਂ ਢੋਲ ਭੰਗੜੇ 'ਚ ਹੀ ਜ਼ਿਆਦਾ ਵੱਜਦਾ ਸੀ, ਜੇ ਉੱਦਾਂ ਵਜਾਉਂਦਾ ਵੀ ਤਾਂ ਬੈਠ ਕੇ ਵੀ ਆਉਂਦਾ ਸੀ ਰਿਕਾਰਡਿੰਗ ਅੱਜ ਹੀ। ਨਹੀਂ ਜਿਹੜਾ ਢੋਲ ਦਾ ਸਮੇਲ ਆ ਜਿੱਦਾਂ ਤਬਲੇ ਦਾ ਸਤਾਰ ਨਾਲ ਸਮੇਲ ਆ ਢੋਲ ਦਾ ਭੰਗੜੇ ਨਾਲ ਸਮੇਲ ਆ। ਤੇ ਜੇ ਤੁਸੀਂ ਭੰਗੜਾ ਪਾਉਣਾ ਢੋਲ ਕਰ ਲੈ ਜਾਓ ਤਾਂ ਉਹ ਗੱਲ ਨਹੀਂ ਬਣਦੀ, ਜਿਹੜੀ ਰਿਦਮ ਉਹ ਹੈਵੀ ਆ। ਬਾਕੀ ਗੁਰਚਰਨ ਮੱਲ ਉਹਨਾਂ ਦਾ ਬਹੁਤ ਪਰਸਨੈਲਿਟੀ ਉਹਨਾਂ ਦੀ ਸੀ ਹਾਂਜੀ। ਫਿਰ ਉਹ ਕਿਉਂਕਿ ਜਿਹੜੀ ਆਰਟ ਹੈ ਨਾ ਜਿਹੜਾ ਗੁਰਚਰਨ ਮੱਲ ਦਾ ਜਿਹੜਾ ਆਰਟ ਹੈਗਾ ਪ੍ਰੈਜੈਂਟੇਸ਼ਨ ਹਾਂਜੀ ਇਹ ਬਹੁਤ ਗਜ਼ਬ ਸੀ। ਸੋ ਇਸ ਕਰਕੇ ਸਾਡੇ ਸਾਰੇ ਮੁੰਡੇ ਭੰਗੜਾ ਪਾਉਂਦੇ ਸਾਡੇ ਭੰਗੜਾ ਪਾਉਂਦੇ ਸੀ ਹਾਂਜੀ ਬਹੁਤ। ਸੋ ਇਸ ਕਰਕੇ ਲੋਕਾਂ ਨੇ ਸਾਨੂੰ ਕਾਫੀ ਅਟਰੈਕਸ਼ਨ ਨੇ। ਤੁਸੀਂ ਜਦੋਂ ਤੁਹਾਡੀ ਕਾਫੀ ਪਪੂਲਰਿਟੀ ਸੀ, ਕਾਫੀ ਜ਼ੋਰਾਂ ਸ਼ੋਰਾਂ ਨਾਲ ਤੁਹਾਨੂੰ ਬੁਕਿੰਗ ਆ ਰਹੀ ਸੀ, ਤੁਸੀਂ ਕਿੰਨੇ ਪ੍ਰੋਗਰਾਮ ਕਰਦੇ ਸੀ ਹਫ਼ਤੇ 'ਚ? ਹਫ਼ਤੇ 'ਚ ਤਾਂ 3-4 ਪ੍ਰੋਗਰਾਮ ਤਾਂ ਸਕਦੇ ਵਜੇ 5 ਵੀ ਹੋ ਜਾਂਦੇ ਸੀ, 2 ਪ੍ਰੋਗਰਾਮ ਲੱਗ ਜਾਂਦੇ ਕਿਉਂਕਿ ਉਸ ਵੇਲੇ ਵਿਆਹ ਅਰਲੀ ਹੋ ਜਾਂਦੇ ਸੀ ਤਾਂ ਤਕਾਲਾ ਲੀਵ ਨਹੀਂ ਕਰਦਾ। ਠੀਕ ਮੈਨੂੰ 1 ਸਾਲ ਦਾ ਚੇਤਾ ਹੁਣ ਯੀਅਰ ਨਹੀਂ ਪਤਾ, ਇਹ ਫਰਵਰੀ ਦਾ ਮਹੀਨਾ ਸੀ ਉਸ ਟਾਈਮ ਤੇ ਵੈਲੈਂਟਾਈਨ ਦੇ ਸ਼ੋਅ ਵੀ ਅਸੀਂ ਕਰਦੇ ਹੁੰਦੇ ਯੂਨੀਵਰਸਿਟੀਆਂ ਦੇ ਕਰਨੇ 28 ਦਿਨਾਂ ਦਾ ਮਹੀਨਾ ਅਸੀਂ 20 ਪ੍ਰੋਗਰਾਮ ਕੀਤੇ ਸੀ। ਵਾਹ ਜੀ ਵਾਹ। ਉਸ ਟਾਈਮ ਤੇ ਪੋਪੂਲੈਰਿਟੀ ਇੱਕ ਪ੍ਰੋਗਰਾਮ ਚੱਲਦੀ ਵਿੱਚ ਯੂਨੀਵਰਸਿਟੀਆਂ ਦੇ ਸ਼ੋਅ ਹੁੰਦੇ ਰਹਿੰਦੇ ਸੀ, ਵੈਲੈਂਟਾਈਨ ਦੇ ਡੇ ਟਾਈਮ ਵੀ ਸ਼ੋਅ ਹੁੰਦੇ ਸੀਗੇ, ਤਾਂ ਈਵਨਿੰਗ ਸ਼ੋਅ ਵੀ ਹੁੰਦੇ ਸੀ। ਤਾਂ ਵਿਆਹ ਸ਼ਾਦੀਆਂ ਦੇ ਵੀਕਐਂਡ ਦੇ ਫਰਾਈਡੇ 2 ਕਰਦੇ ਨੇ, ਸੈਚਰਡੇ ਵਜੇ ਦੇ 2 ਕਰਦੇ ਨੇ, ਕਿਉਂਕਿ ਤੁਸੀਂ ਤਕਾਲਾ ਵਾਲੀ ਪਾਰਟੀ 8 ਵਜੇ ਇੱਕ ਖਤਮ ਕਰਕੇ 5 ਵਜੇ ਮੁੱਕ ਜਾਂਦਾ ਸੀ, ਅੱਜ ਤਾਂ 7 ਵੀ ਵੱਜ ਜਾਂਦੇ ਆ। ਉਸ ਟਾਈਮ ਤੇ ਦੂਜਾ ਪ੍ਰੋਗਰਾਮ ਵੀ ਜਾ ਕੇ ਕਰ ਦਿੰਦਾ ਸੀ। ਤਿੰਨ ਤਾਂ ਪੱਕੇ ਸੀ। ਮੈਂ ਵੀ ਕਈ ਵਾਰੀ ਤਿੰਨ ਤਾਂ ਕਿਉਂਕਿ ਨਾਲ ਸਾਡੇ ਮਿੰਦਰ ਧਾਲੀਵਾਲ ਹੁੰਦਾ ਸੀ ਸਿੰਘ TC ਸਾਹਿਬ ਮੁਰਾਦ ਨਾਲ 4 ਜਣੇ ਸੀਗੇ। ਤੁਹਾਡੇ ਮਿੰਦਰ ਧਾਲੀਵਾਲ ਨੂੰ ਦੇਖ ਕੇ ਤਾਂ ਮੈਂ ਜਦੋਂ ਸੁਣਦਾ ਹੁੰਦਾ ਸੀ ਤਾਂ ਸਦੀਕ ਚੇਤੇ ਆਉਂਦੇ ਹੁੰਦੇ। ਹਾਂਜੀ ਠੀਕ। ਅਮਰ ਹੁਣੀ ਸਟਾਈਲ ਉਹਨਾਂ ਦੀ ਸਟਾਈਲ ਤੇ ਗੀਤ ਗਾਉਂਦੇ ਹੁੰਦੇ ਸੀ। ਉਹਦਾ ਸਟਾਈਲ ਜਿਹੜਾ ਸੀਗਾ ਉਹ ਨਾ ਪੰਜਾਬੀ ਇੱਕ ਉਹ ਭੰਗੜਾ ਪਾਉਂਦੇ ਨੇ ਪਹਿਲਾਂ ਭੰਗੜਾ ਲੱਚਕ ਬੜੀ ਸੀ ਉਹਨਾਂ 'ਚ, ਉਹਦਾ ਨਖਰਾ ਕਿਹੜਾ ਪਰਸਨੈਲਿਟੀ ਬਹੁਤ ਸੀ। ਭੰਗੜਾ ਉਹਨੇ ਬਹੁਤ ਸਾਰੇ ਲੋਕਾਂ ਨੂੰ ਸਿਖਾਇਆ।
ਤੇ ਮੇਰੀ ਹੁਣ ਕਾਫੀ ਚਿਰ ਬਾਅਦ ਮੇਰੀ ਥੋੜੇ ਦਿਨ ਹੋਏ ਗੱਲ ਹੋਈ ਅੱਛਾ ਬਹੁਤ ਚਿਰ ਗੱਲਬਾਤ ਕੀਤੀ ਸੀ, ਪੁਰਾਣੀਆਂ ਗੱਲਾਂ ਕਰਦੇ ਸੀਗੇ। ਉਹਦਾ ਜਿਹੜਾ ਪਰਫਾਰਮ ਕਰਨ ਦਾ ਸੀਗਾ ਮਹਿੰਦਰ ਦਾ ਜਿਹੜਾ ਸੀਗਾ ਸਟਾਰ, ਉਹ ਜਿੱਦਾਂ ਨਾ ਇੰਡੀਆ 'ਚ ਆਰਟਿਸਟ ਕਰਦੇ ਥੋੜਾ ਨਕਦਾ ਤੇ ਭੰਗੜਾ ਖੁਦ ਪਾ ਲੈਂਦੇ ਸੀ, ਬਹੁਤ ਵਧੀਆ ਪਾ ਲੈਂਦੇ ਸੀ। ਤੇ ਇਹ ਜਿੰਨੇ ਵੀ ਐਕਚੁਅਲੀ ਜਿਹੜੀ ਪੰਜਾਬੀ ਗਾਇਕੀ ਹੈ ਨਾ, ਇਹ ਭੰਗੜੇ ਚੋਂ ਨਿਕਲੀ ਹੈ। ਇੰਗਲੈਂਡ ਬਿਲਕੁਲ ਕਾਂਗਲਾ ਬੋਲੀਆਂ ਪਾਉਂਦੇ ਹੁੰਦੇ ਸੀ, ਕਾਂਗਲਾ ਲੋਕ ਸਾਥੀ ਗਰੁੱਪ ਵੀ ਇਹਨਾਂ ਦਾ ਭੰਗੜੇ ਦਾ ਹੁੰਦਾ ਸੀ, ਸਾਥੀ ਗਰੁੱਪ ਹੁੰਦਾ ਸੀ, ਇਹ ਭੰਗੜਾ ਹੀ ਪਾਉਂਦੇ ਸੀ ਸਾਰੇ। ਭੰਗੜੇ ਵਿੱਚੋਂ ਫਿਰ ਇਹ ਉਸ ਵੇਲੇ ਸਾਥੀ ਗਰੁੱਪ ਦੇ 4 ਸਿੰਗਰ ਸੀ, ਕੰਗ ਭਾਜੀ, ਜਰਨੈਲ, ਢੇਸੀ, ਬਗੀਚਾ। ਹਾਂਜੀ, ਬਗੀਚੇ ਨੂੰ ਲੋਕ ਜਾਣਦੇ, ਬੜੀ ਆਵਾਜ਼ ਬਹੁਤ ਪਾਵਰਫੁਲ ਹੁੰਦੀ ਸੀ। ਇਹ 4 ਸਿੰਗਰ ਸਾਥੀ ਗਰੁੱਪ 'ਚ ਹੁੰਦੇ ਸੀ। ਫਿਰ ਪੰਜਵਾਂ ਕਰਨੈਲ ਚੀਮਾ ਜੀ। ਕਰਨੈਲ ਚੀਮਾ ਢੋਲੀ ਹੁੰਦਾ ਸੀ ਪਹਿਲਾਂ, ਢੋਲੀ ਸੀ, ਪਰ ਹਾਂਜੀ ਫਿਰ ਢੋਲੀ ਤੋਂ ਬਾਅਦ ਫਿਰ ਕਰਨੈਲ ਚੀਮੇ ਨੇ ਆਪਣੇ ਡਾਂਸ ਦਾ ਸ਼ੁਰੂ ਕੀਤਾ, ਨਾਚ ਦੇ ਕਰਦੇ ਨਾਲ। ਨਾਰੰਗ ਹੁੰਦੀ ਸੀ ਕੁੜੀ, ਉਹ ਡਾਂਸ ਕਰਦੀ ਸੀ, ਤੇ ਇਹ ਸਪੇਰੇ ਦਾ ਰੋਲ ਕਰਦੇ ਸੀ। ਉਦੋਂ ਬਾਅਦ ਵਿੱਚ ਫਿਰ ਗੁਰਦੇਵ ਕੌਰ ਬੱਲੀ ਨਾਲ, ਹਾਂਜੀ ਜਰਮਨੀ ਨਾਲ, ਤੇ ਫਿਰ ਇਹਨਾਂ ਦਾ ਕੰਗ ਆ ਗਿਆ ਢੋਲਕੀ, ਤੇ ਫਿਰ ਇਹਨਾਂ ਦਾ ਬਹੁਤ ਵਧੀਆ ਇਹਨਾਂ ਨੇ ਚੱਲਿਆ। ਹਾਂਜੀ, ਬਹੁਤ ਸੋਹਣਾ ਪੰਜਾਬੀ ਗਾਇਕੀ ਦੀ ਬਹੁਤ ਵਧੀਆ ਸੇਵਾ ਕੀਤੀ। ਅੱਛਾ, ਜਿਹੜੇ ਗਾਣੇ ਸੀ ਤੁਹਾਡੇ ਜੀ, ਗਾਣੇ ਤੁਸੀਂ ਕਹਿ ਕੇ ਲਿਖਾਉਂਦੇ ਸੀ ਜਾਂ ਲਿਖੇ ਲਿਖਾਉਂਦੇ? ਨਹੀਂ, ਸਾਡੇ ਕਈ ਗਾਣੇ ਤਾਂ ਕੁਲਵੰਤ ਭੰਵਰਾ ਜੀ ਲਿਖਦੇ ਸੀ, ਮੋਸਟਲੀ ਗਾਣੇ ਉਹਦੇ ਲਿਖੇ, ਬਾਕੀ ਅਸੀਂ ਬਾਹਰੋਂ ਵੀ ਆਉਂਦੇ ਸੀ। ਲੇਕਿਨ ਅਸੀਂ ਗਾਣਾ ਜ਼ਰੂਰ ਚੂਜ਼ ਕਰਦੇ, ਅਸੀਂ ਉਹ ਗਾਣਾ ਤਰਪਾਜੀ ਚਾਹੁੰਦੇ ਸੀ ਜਿਹੜਾ ਇੱਕ ਪਰਿਵਾਰਕ ਤੌਰ 'ਤੇ ਬੰਦਾ ਸੁਣ ਸਕੇ। ਵੀਡੀਓ ਟਾਈਮ ਤਾਂ ਉਸ ਹੁੰਦੇ ਨਹੀਂ ਹੁੰਦੀਆਂ ਸੀ ਵੀਡੀਓ, ਇਹ ਵੀ ਇੱਕ ਕਾਮਯਾਬੀ ਦਾ। ਹਾਂਜੀ, ਸੋ ਉਸ ਟਾਈਮ 'ਤੇ ਵਾਲੇ ਕੁਲਵੰਤ 'ਚ ਫਿਰ ਅਸੀਂ ਬਾਹਰੋਂ ਵੀ ਕਿੱਦਾਂ, ਮੈਂ ਇਹ ਅੱਜ ਸ਼ੀਲਾ ਜੀ ਸੋਹਰ ਰੋਡ ਦਾ ਗਾਣਾ, ਤਾਂ ਫਿਰ ਗਿੱਧੇ ਵਿੱਚ ਨੱਚ ਕੁੜੀ ਮੈਂ ਕੀਤਾ ਸੀ, ਉਹ ਵੀ ਸੋਲੋ, ਉਹ ਸੀਗਾ ਆਪਣੇ ਬਾਬੂ ਸਿੰਘ ਮਾਨ ਉਹਨਾਂ ਦਾ ਲਿਖਿਆ ਹੈ ਗੀਤ। ਠੀਕ। ਤਾਂ ਫਿਰ ਮੇਰਾ ਆਪਣਾ ਸੰਗੀਤ ਵਿੱਚ ਆਪਣਾ ਸੰਗੀਤ ਉਹ ਇੰਦਰਜੀਤ ਹਸਨਪੁਰੀ ਦਾ ਲਿਖਿਆ ਆ। ਵਾਹ ਜੀ ਵਾਹ, ਹੈ ਨਾ। ਇੰਡੀਆ ਦੇ ਮੇਰੇ ਤਕਰੀਬਨ ਜਿੰਨੇ ਹਿੱਟ ਗਾਣੇ ਆ ਉਹ ਕੁਦਰਤੀ ਇੰਡੀਅਨ ਰਾਈਟਰਾਂ ਦੇ ਲਿਖੇ ਹੋਆ, ਕਿਉਂਕਿ ਜਿੱਥੇ ਆਪਾਂ ਗੱਲ ਫਾਨਾ ਕਰਦੇ ਉੱਥੇ ਸਾਨੂੰ ਬਹੁਤ ਵਧੀਆ ਮੌਕਾ ਮਿਲਦਾ ਦੂਜੇ ਆਰਟਿਸਟਾਂ ਬਾਰੇ ਵੀ ਆਪਾਂ ਗੱਲ ਕਰੀਏ ਜੀ। ਜਿੱਦਾਂ ਇੰਦਰਜੀਤ ਸਿੰਘ ਹਸਨਪੁਰੀ, ਉਹਨਾਂ ਦਾ ਪੰਜਾਬੀ ਪੋਇਟਰੀ ਵਿੱਚ ਬਹੁਤ ਵੱਡਾ ਨਾਮ ਹੈ। ਉਹ ਵੀ ਇੱਥੇ ਆਏ ਸੀ ਜਦ ਇਹ ਲਿਖਿਆ ਗੀਤ। ਅੱਛਾ, ਆਪਣਾ ਸੰਗੀਤ ਵਜੇ ਆਪਣਾ ਸੰਗੀਤ। ਅੱਛਾ, ਇੱਥੇ ਆ ਕੇ ਲਿਖਿਆ ਉਹਨਾਂ ਨੇ? ਇੱਥੇ ਆ ਕੇ ਸੀ ਤਾਂ ਜਿੰਦਰ ਸਾਡਾ ਜਿੰਦਰ ਕਾਂਗੇ ਢੋਲਕੀ ਜਾਂਦਾ ਸੀ, ਉਹ ਉਹਨਾਂ ਨੂੰ ਲੰਡਨ 에ਅਰਪੋਰਟ 'ਤੇ ਡ੍ਰੌਪ ਕਰਨ ਚੱਲੇ ਸੀ। ਅੱਛਾ, ਤਾਂ ਉਹ ਕਹਿੰਦਾ ਸਾਡਾ ਡ੍ਰੌਪ, ਔਰ 에ਅਰਪੋਰਟ ਜਾਂਦੇ ਜਾਂਦੇ ਨੇ ਇਹ ਗੀਤ ਲਿਖਿਆ ਹੈ। ਕਿਆ ਬਾਤ ਹੈ, ਹਰ ਗਾਣੇ ਦੀ ਆਪਣੀ ਕਹਾਣੀ ਬਹੁਤ ਵਧੀਆ। ਅੱਛਾ, ਜਿਹੜਾ ਆਪਣਾ ਸੰਗੀਤ ਗਾਣਾ, ਇਹਦੇ ਵੀ ਆਪਾਂ ਨੂੰ 2 ਬੋਲ ਸੁਣਨੇ ਜ਼ਰੂਰੀ ਆ, ਕਿਉਂਕਿ ਇਹ ਐਕਚੁਅਲੀ ਮੈਂ ਸੋਲੋ ਐਲਬਮ 'ਚ ਕੀਤਾ ਸੀ। ਇਹ ਐਕਚੁਅਲੀ ਗਾਣਾ ਅਸੀਂ ਜਦ ਆਪਣਾ ਸੰਗੀਤ ਗਰੋਪਰੀ ਇਹ 'ਚ ਕੈਂਸਲ ਹੋ ਗਿਆ ਸੀ, ਕੀਤਾ ਨਹੀਂ ਰਿਕਾਰਡਿੰਗ ਗਾਣਾ। ਫਿਰ ਅਮਰਜੀਤ ਸਿੱਧੂ ਮੇਰੀ ਐਲਬਮ, ਮੈਂ ਸੋਲੋ ਐਲਬਮ ਕਰਦਾ ਸੀ। ਇੱਕ ਗਾਣਾ ਸੀ, ਮੈਂ ਤੁਹਾਨੂੰ ਉਹ ਗਾਣੇ ਦੀ ਸਟੋਰੀ ਦੱਸਾਂ ਕਿੱਦਾਂ ਇਹ ਗਾਣਾ ਆਇਆ। ਅਸੀਂ ਪਲੈਨਟ ਸਟੂਡੀਓ ਕਵੰਟਰੀ ਦੀ ਰਿਕਾਰਡਿੰਗ ਕਰ ਰਹੇ ਹਾਂ, ਤਾਂ ਉੱਥੇ ਇੱਕ ਗਾਣਾ ਸੀ ਪੰਜਾਬ 'ਤੇ ਗਾਣਾ। ਅਮਰਜੀਤ, ਮੈਂ ਕਿਹਾ ਯਾਰ ਅਮਰਜੀਤ, ਗਾਣਾ ਮਨ ਨੂੰ ਬੈਠਦਾ ਨਹੀਂ, ਵੀ ਆਪਾਂ ਇੱਕ ਹੋਰ ਗਾਣਾ ਰਿਕਾਰਡ ਕਰੀਏ। ਕਹਿੰਦਾ ਕਿ ਜਿਹੜਾ ਕੋਈ ਹੈਗਾ ਗਾਣਾ? ਮੈਂ ਕਿਹਾ ਯਾਰ ਇੱਕ ਗਾਣਾ ਸੀ, ਅਸੀਂ ਉਹ ਰਿਕਾਰਡ ਨਹੀਂ ਕੀਤਾ ਜੀ ਗਰੁੱਪ ਦੇ ਵਿੱਚ, ਵੀ ਹਜੇ ਕੰਨ ਕੋਲ ਪਿਆ। ਉੱਥੋਂ ਹੀ ਮੈਂ ਉਸ ਮੋਬਾਈਲ ਫੋਨ ਤਾਂ ਹੁੰਦੇ ਨਹੀਂ, ਉਹ ਸਟੂਡੀਓ ਦਾ ਨੰਬਰ ਘੁਮਾ ਕੇ ਜਿੰਦਰ, ਮੈਂ ਕਿਹਾ ਯਾਰ ਕਿਹੜਾ ਗਾਣਾ ਹੈ ਹਸਨਪੁਰੀ ਦਾ ਲਿਖਿਆ, ਮੈਨੂੰ ਗਾਣਾ ਲਿਖਾ ਦੇ। ਇਹਨੇ ਗਾਣਾ ਲਿਖਾਇਆ, ਉਹ ਇੱਕ ਦਿਨ ਦੀ ਰਿਕਾਰਡਿੰਗ, ਉਹ 5ਵਾਂ ਗਾਣਾ ਪਾਇਆ ਐਲਬਮ 'ਚ ਅਸੀਂ ਉਸ ਟਾਈਮ 'ਤੇ ਲਾਸਟ। ਤਾਂ ਉਹ ਕੁਦਰਤੀ ਸਾਨੂੰ ਗਾਣਾ, ਉਹਦੇ ਵਿੱਚ ਮੈਂ ਕਮਲੀ ਯਾਰ ਦੀ ਗਰਾਸ ਜੀ ਉਹਨਾਂ ਦਾ ਜਿਹੜਾ ਟ੍ਰੈਡੀਸ਼ਨਲ ਉਸ ਐਲਬਮ ਦੀ, ਉਹ 'ਚ ਇਹ ਗਾਣਾ ਅਸੀਂ ਪਾਇਆ ਸੀਗਾ ਆਪਣਾ ਸੰਗੀਤ ਵਿੱਚ, ਆਪਣਾ ਸੰਗੀਤ ਮਤਲਬ ਇਸ ਗਾਣਾ ਉਸ ਟਾਈਮ 'ਤੇ ਐਕਸਟਰਾ ਸੌਂਗ ਪਾਇਆ ਸੀ। ਵੀ ਕਿੱਦਾਂ ਤੁਹਾਨੂੰ ਉਹਦੇ ਬੋਲ ਤੋਂ ਸੁਣਾਉਣਾ ਪਲੀਜ਼। ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ, ਹੋ ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ, ਆਓ ਪਾਈਏ ਭੰਗੜਾ ਤੇ ਨਾਲ ਗਾਈਏ ਗੀਤ, ਆਓ ਪਾਈਏ ਭੰਗੜਾ ਤੇ ਨਾਲ ਗਾਈਏ ਗੀਤ, ਆਪਣਾ ਹੋਏ ਹੋਏ ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ, ਹੋਏ ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ। ਸ਼ੁਰੂ ਏ ਮੁਹੱਬਤਾਂ ਦਾ ਖੇਲ ਹੋ ਗਿਆ, ਅੱਜ ਦੋਹਾਂ ਦਿਲਾਂ ਦਾ ਏ ਮੇਲ ਹੋ ਗਿਆ। ਸ਼ੁਰੂ ਏ ਮੁਹੱਬਤਾਂ ਦਾ ਖੇਲ ਹੋ ਗਿਆ, ਅੱਜ ਦੋਹਾਂ ਦਿਲਾਂ ਦਾ ਏ ਮੇਲ ਹੋ ਗਿਆ। ਰਹੇ ਦੋਹਾਂ 'ਚ ਪ੍ਰੀਤ ਵੱਜੇ, ਆਪਣਾ ਸੰਗੀਤ, ਆਪਣਾ ਹੋਏ ਹੋਏ ਆਪਣਾ ਹੋਏ ਹੋਏ ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ, ਹੋਏ ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ। ਵਾਹ ਜੀ ਵਾਹ, ਕੀ ਬਾਤ ਹੈ। ਆਪਾਂ ਇੱਕ ਪ੍ਰੋਗਰਾਮ ਕਰਾਂਗੇ, ਉਹ 'ਚ ਆਪਾਂ ਗੱਲਾਂ ਨਹੀਂ ਕਰਨੀਆਂ, ਗਾਣੇ ਹੀ ਗਾਵਾਂਗੇ। ਨਹੀਂ, ਇਹ ਬਹੁਤ ਮਜ਼ਾ ਆ ਰਿਹਾ ਗੱਲਬਾਤ ਕਰਕੇ। ਖਾਸ ਤੇ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀ ਉੱਦਾਂ ਤਾਂ ਆਪਾਂ ਆਪਣੇ ਕੰਮਾਂ 'ਚ ਮੇਰਾ ਹੁੰਦਾ ਨਹੀਂਗਾ। ਅੱਜ ਤੁਹਾਨੂੰ
ਮੁਲਾਕਾਤ ਕਰਕੇ ਆਪਣਾ ਉਹ ਜਿਹੜੀ ਜਵਾਨੀ ਦੇ ਦਿਨ ਸਾਡੇ ਚੇਤੇ ਆ ਗਏ। ਥੈਂਕ ਯੂ। ਤੁਸੀਂ ਮੈਨੂੰ ਤੁਸੀਂ ਹੁਣ ਤੱਕ ਕਿੰਨੇ ਮੁਲਕਾਂ 'ਚ ਦੌਰ ਕਰਿਆ ਦੌਰਾ? ਤਕਰੀਬਨ ਕਾਫੀਆਂ 'ਚ ਕੀਤੇ ਜੀ ਅਸੀਂ। ਹੁਣ ਜੇ ਗਿਣ ਲੱਗਾ ਤਾਂ ਬਹੁਤ ਯਾਦ ਸਾਨੂੰ ਕਿ ਜਿਹੜੀ ਯੂਰਪ ਵੀ ਸਾਰਾ ਯੂਰਪ 'ਚ ਅਸੀਂ ਕਈ ਤਾਂ ਧਰਮ ਭਾਜੀ ਇੱਕ ਅਸੀਂ ਜਰਮਨ ਪ੍ਰੋਗਰਾਮ ਕੀਤਾ ਸੀ। ਅਸੀਂ 5 ਦਿਨ ਲਗਾਤਾਰ ਇੱਕ ਫੈਸਟੀਵਲ ਸੀਗਾ ਔਰ ਸਾਨੂੰ ਗੋਰੇ ਦੇਖਣ ਆਏ। ਠੀਕ। ਉਹ 'ਚ 3000 ਦੀ ਕਪੈਸਿਟੀ, 3000 5 ਦਿਨ ਫੁੱਲ। ਨਾ ਉਹ ਸਾਡੀ ਆਵਾਜ਼ ਬੋਲੀ ਸਮਝਦੇ ਲੇਕਿਨ ਉਹ ਭੰਗੜਾ ਜ਼ਰੂਰ ਪਾਉਂਦਾ ਸੀ ਬੀਟ 'ਤੇ। ਠੀਕ। ਸਿਰਫ 15 ਵਿੱਚ ਆਪਣੀ ਏਸ਼ੀਅਨ ਰੱਖ ਲਓ। ਠੀਕ। ਉਹ ਇੱਦਾਂ ਫੈਸਟੀਵਲ। ਸੋ ਉਹ ਗੋਰਿਆਂ ਦੇ ਵਿੱਚ ਅਸੀਂ ਫੈਸਟੀਵਲ ਕਾਫੀ ਕੀਤੇ ਗੋਰਿਆਂ ਦੇ। ਬਾਕੀ ਅਸੀਂ ਇੱਧਰ ਸਾਊਥ ਅਫਰੀਕਾ, ਦੂਜੇ ਆਪਣੇ ਸਾਊਥ ਅਫਰੀਕਾ ਨਹੀਂ, ਆਪਣੇ ਅਫਰੀਕਾ ਜਾ ਕੇ ਨਾਇਰੋਬੀ ਵਗੈਰਾ ਇੱਧਰ ਵੀ ਸਾਰੇ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਕੈਨੇਡਾ, ਅਮਰੀਕਾ, ਯੂਰਪ ਸਾਰਾ। ਬਸ ਵਾਹਿਗੁਰੂ ਦੀ ਕਿਰਪਾ ਨਾਲ। ਅੱਛਾ, ਕਿੱਦਾਂ ਇੰਡੀਆ ਵੀ ਪੂਰੇ। ਅੱਛਾ, ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਜਦੋਂ ਤੁਸੀਂ ਅਫਰੀਕਾ ਵੱਲ ਗਏ, ਨੈਰੋਬੀ ਵਗੈਰਾ ਜਾਂ ਕੈਨੇਡਾ ਵਿੱਚ? ਤੁਹਾਨੂੰ ਜ਼ਿੰਦਗੀ ਹੁਣ ਉੱਥੇ ਦੀ ਕਿੱਦਾਂ ਲੱਗੀ? ਇੱਥੇ ਚੰਗੀ ਕਿਉਂਕਿ ਸ਼ੋਅ ਟਾਈਮ ਚੰਗੀ ਸ਼ੋਅ ਟਾਈਮ ਆ ਕਿਉਂਕਿ ਅਸੀਂ ਉੱਥੇ ਐਕਚੁਅਲੀ ਕਿਉਂਕਿ ਇੰਗਲੈਂਡ ਤੋਂ ਜ਼ਿਆਦਾ ਅਸੀਂ ਜੇ ਪ੍ਰੋਗਰਾਮ ਕੀਤੇ ਤਾਂ ਕੈਨੇਡਾ ਕੀਤੇ। ਠੀਕ। ਕਿਉਂਕਿ ਕੈਨੇਡਾ ਅਸੀਂ ਜਦ ਪਹਿਲੀ ਵਾਰ, ਉਸ ਤੋਂ ਬਾਅਦ ਸਾਡਾ ਕਾਫੀ ਲੋਕਾਂ ਨੇ ਸਾਨੂੰ ਉੱਥੇ ਲਾਈਕ ਕੀਤਾ ਤਾਂ ਸਾਨੂੰ ਤਕਰੀਬਨ 1 ਸਾਲ ਛੱਡ ਕੇ ਅਸੀਂ ਜਾਂਦੇ ਸੀ ਉੱਥੇ ਸ਼ੋਅ ਕਰਨ। ਹਾਂਜੀ। ਸੋ ਉੱਥੇ ਜਾਣੇ ਲੱਗਾ ਐਕਚੁਅਲੀ ਅੱਛਾ ਮੁਲਕ ਆ ਇਹ ਬੱਚਿਆਂ ਵਾਸਤੇ। ਗਾਹਾਂ ਹੁਣ ਨਾਲੋਂ ਜੇ ਉੱਥੇ ਜਾਂ ਕਿਸੇ ਨੇ ਆਪਣੀ ਬਿਜ਼ਨਸ ਜਾਂ ਪੜ੍ਹਾਈ ਵਾਸਤੇ ਉਹ ਬੈਟਰ ਮੁਲਕ ਆ। ਪਰ ਇੱਥੇ ਜੋ ਆਪਣੀ ਸੋਸ਼ਲ ਲਾਈਫ ਅਸੀਂ ਉਸ ਚੀਜ਼ ਨੂੰ ਮਿਸ ਕਰਾਂਗੇ। ਕੈਨੇਡਾ ਮੈਂ ਜਾ ਕੇ ਆਇਆ 2 ਸਾਲ ਹੋ ਗਏ ਉੱਥੇ ਗਿਆ ਸੀ। ਮੈਂ ਇੱਕ ਚੀਜ਼ ਦੇਖੀ ਕਿ ਜਿਹੜੇ ਆਰਟਿਸਟ ਆ, ਹਾਂਜੀ, ਉਹਨਾਂ ਨੂੰ ਆਡੀਅנס ਬਹੁਤ ਮਿਲਦੀ ਉੱਥੇ। ਉੱਥੇ ਤੁਸੀਂ ਤੁਹਾਡੇ ਵਰਗੇ ਆਰਟਿਸਟ ਪ੍ਰੋਗਰਾਮ ਉੱਥੇ ਲੋਕ ਲੱਖਾਂ ਦੇ ਹਿਸਾਬ ਨਾਲ ਇਕੱਠੇ ਹੋ ਜਾਂਦੇ ਆ। 40-50,000 ਜਾਨੀ ਮੇਲੇ ਹੋ ਜਾਂਦੇ ਆ। ਹਾਂਜੀ। ਤੇ ਉੱਥੇ ਜਿੱਡਾ ਵੱਡਾ ਆਰਟਿਸਟ ਆ, ਤੁਹਾਡੇ ਵਰਗੇ ਬੰਦੇ ਜਿਹੜੇ ਲੱਖਾਂ ਦੇ ਹਿਸਾਬ ਨਾਲ ਉੱਥੇ ਲੋਕ ਜਿਹੜੇ, ਕਿਉਂਕਿ ਉੱਥੇ ਇੱਕ ਚੀਜ਼ ਮੈਂ ਮਹਿਸੂਸ ਕੀਤੀ ਆ, ਪਤਾ ਨਹੀਂ ਤੁਸੀਂ ਵੀ ਕੀਤੀ ਜੇ। ਮੈਂ ਰਿਹਾ ਉੱਥੇ ਤਕਰੀਬਨ 3 ਹਫ਼ਤੇ। ਮੈਂ ਇਹ ਦੇਖਿਆ ਕਿ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਦੀ ਜਿਹੜੀ ਸੋਚ ਆ, ਜਿਹੜੀ ਬੋਲ ਚਾਲ ਆ, ਜਿਹੜਾ ਉਹਨਾਂ ਦਾ ਪਹਿਰਾਵਾ, ਉਹ ਤਕਰੀਬਨ ਇੰਡੀਆ ਵਰਗਾ ਹੀ ਆ। ਜਿੱਦਾਂ ਆਪਾਂ ਇੱਥੇ ਆ ਕੇ ਆਪਾਂ ਬਹੁਤ ਚੇਂਜ ਹੋਏ ਆ। ਹਾਂਜੀ। ਆਪਾਂ ਪ੍ਰੋਗਰੈਸ ਦੇ ਮਾਈਂਡ ਹੋਇਆ। ਕਈਆਂ ਟੋਨਾਂ ਦੇ ਹਜੇ ਵੀ ਤਾਂ ਕੁੜਤੇ ਪਜਾਮੇ ਪਾ ਕੇ ਤੁਰੇ ਫਿਰਦੇ ਉੱਥੇ। ਆਮ ਤਾਂ ਸਰੀ ਤੁਸੀਂ ਦੇਖੋਗੇ ਬੱਚਾ ਸਾਈਕਲਾਂ 'ਤੇ ਜਾਂਦੇ ਆ, ਸਾਈਕਲਾਂ 'ਤੇ ਤਾਂ ਚੱਪਲਾਂ ਪਾ ਕੇ ਫਿਰਦੇ ਆਮ ਦੇਖਿਆ। ਜਿੱਦਾਂ ਇੱਥੇ ਲੋਕਾਂ ਨੇ ਥੋੜ੍ਹਾ ਆਪਣਾ ਆਪ ਨੂੰ ਵੈਸਟਰਨਾਈਜ਼ ਕੀਤਾ। ਹਾਂਜੀ। ਪਰ ਉੱਥੇ ਆਪਣੇ ਬੰਦੇ ਜਿਹੜੇ ਹੈਗੇ ਵੀ ਧਰਮ ਭਾਜੀ, ਪੈਸਾ ਬਹੁਤ ਔਰ ਬਿਜ਼ਨਸ ਤਕੜੇ ਆ। ਔਰ ਕਈਆਂ ਨੇ ਦੇਖ ਲਓ ਉੱਥੇ ਦੇ ਮਿਨਿਸਟਰ ਵੀ ਬਣੇ ਹੋ ਆ। ਆਪਣੇ ਬੰਦੇ ਨੇ ਬਹੁਤ ਤਰੱਕੀ ਕੀਤੀ ਆ। ਮੈਨੂੰ ਇੱਕ ਮਿਲਿਆ ਸੀ ਉੱਥੇ ਦੁਸਾਨ ਸੀਗਾ ਜੀ, ਮੈਨੂੰ ਮਿਲਿਆ, ਉਹਨਾਂ ਨਾਲ ਗੱਲਬਾਤ ਹੋਈ। ਅੱਛਾ, ਤੁਹਾਨੂੰ ਸਟੇਜ ਵਧੀਆ ਕਿੱਥੇ ਮਿਲੀ? ਇੰਗਲੈਂਡ 'ਚ, ਕੈਨੇਡਾ 'ਚ, ਜਾਂ ਦੇਖੋ ਜੀ ਜੇ ਹੁਣ ਬੜਾ ਔਖਾ ਹੈ, ਸਾਰੇ ਥਾਈਂ ਚੰਗੀ ਮਿਲੀ ਆ। ਜਾਣ ਕੇ ਸਾਨੂੰ ਪਹਿਲਾਂ ਤਾਂ ਅਸੀਂ ਇੰਗਲੈਂਡ ਕਹਾਂਗੇ ਜਿੱਥੋਂ ਸਾਡਾ ਨਾਮ ਬਣਿਆ, ਕਿਉਂਕਿ ਇੱਥੇ ਸਾਡੇ ਜੋ ਮੈਂ ਹਮੇਸ਼ਾ ਕਹਿੰਦਾ ਹੁੰਦਾ, ਆਰਟਿਸਟ ਨੂੰ ਇੱਕ ਪਬਲਿਕ ਹੈ ਜਿਹੜੀ ਬਣਾਉਂਦੀ ਆ, ਰਾਈਟ। ਉਹੀ ਉਹਨੂੰ ਤਾਂ ਹੈ, ਉਹੀ ਤੁਹਾਨੂੰ ਸਿੱਟੂਗੀ, ਕਿਉਂਕਿ ਉਹਨਾਂ ਤੋਂ ਬਗੈਰ ਅਸੀਂ ਕੁਛ ਨਹੀਂ। ਸਹੀ ਹੈ। ਸੋ ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਸਕਦੇ ਉਹ ਤੋਂ ਬਾਅਦ ਅਸੀਂ ਕੈਨੇਡਾ ਬਹੁਤ ਪ੍ਰੋਗਰਾਮ ਕੀਤੇ। ਬਾਕੀ ਮਤਲਬ ਅਪਰੀਸ਼ੀਏਸ਼ਨ ਹਰੇਕ ਤਾਂ ਬਹੁਤ ਸਾਨੂੰ ਮਾਣ ਮਿਲਿਆ। ਕੈਨੇਡਾ ਨੂੰ ਸਾਰੇ ਆਰਟਿਸਟਾਂ ਨੇ ਜਿਹੜਾ ਅਪਰੀਸ਼ੀਏਟ ਕੀਤਾ, ਕਿਉਂਕਿ ਉੱਥੇ ਜਿਹੜੀ ਆਡੀਅנס ਆ। ਹਾਂਜੀ। ਆਰਟਿਸਟ ਨੂੰ ਚਾਹੀਦੀ ਆਡੀਅנס। ਬਿਲਕੁਲ। ਹਾਂਜੀ, ਆਰਟਿਸਟ ਨੂੰ ਆਡੀਅנס ਚਾਹੀਦੀ ਆ। ਔਰ ਫਿਰ ਸਾਡੇ ਗੀਤ ਲੋਕਾਂ ਨੇ ਉੱਥੇ ਪਸੰਦ ਕੀਤੇ। ਹਜੇ ਵੀ ਮੈਂ ਸਾਲਾ ਹੁਣ ਮੈਂ ਜਾਣਾ ਸੀਗਾ ਪ੍ਰੋਗਰਾਮ ਕਰਨ ਕੈਨੇਡਾ, ਮੇਰੇ 3 ਸੀ ਪ੍ਰੋਗਰਾਮ, ਤਾਂ ਉਹ ਕੁਦਰਤੀ ਹੁਣ ਬਿਮਾਰੀ ਕਰਕੇ ਇਸ ਕਰਕੇ। ਹਾਂਜੀ, ਜਿਹੜੀ ਕਰੋਨਾ ਦਾ ਜਿਹੜੀ ਵਾਇਰਸ ਫੈਲੀ ਹੋਈ ਆ, ਇਸ ਦੌਰਾਨ 'ਚ ਵਿਆਹ ਸ਼ਾਦੀਆਂ ਤਾਂ ਹੋ ਨਹੀਂ ਰਹੀਆਂ, ਫੰਕਸ਼ਨ ਨਹੀਂ ਹੋ ਰਿਹਾ, ਕੋਈ ਗਵਰਨਮੈਂਟ ਵੱਲੋਂ ਰਿਸਟ੍ਰਿਕਸ਼ਨਸ ਹੈਗੀਆਂ, ਤੁਸੀਂ ਇਕੱਠੇ ਚਾਹੀਦਾ ਜਾਂ ਕਿ ਇਕੱਠੇ ਨਹੀਂ ਹੋ ਸਕਦੇ। ਤੇ ਜਿਹੜੇ ਆਰਟਿਸਟ ਆ, ਤੁਹਾਡਾ ਐਜ਼ ਏ ਵੱਡੇ ਆਰਟਿਸਟ ਹੋਣ 'ਚ ਤੁਸੀਂ ਗੁਜ਼ਾਰਾ ਕਿੱਦਾਂ ਕਰਦੇ? ਕਿੱਦਾਂ ਤੁਹਾਡਾ ਵਕਤ ਲੱਗਦਾ? ਗੁਜ਼ਾਰਾ ਨਿਆਣੇ ਬੱਚੇ ਕੰਮ ਕਰਦੇ ਆ। ਨਹੀਂ, ਪੈਸੇ ਵੱਲੋਂ ਨਹੀਂ, ਵੈਸੇ ਹਾਂ, ਸਾਡਾ ਜੋ ਅਸੀਂ ਪ੍ਰੋਗਰਾਮ ਨਹੀਂ ਕਰ ਸਕਦੇ। ਜਿਹੜਾ ਆਰਟਿਸਟ ਆ, ਇੱਕ ਆਦਤ ਬਣ ਜਾਂਦੀ ਆਪਣੀ। ਹਾਂਜੀ, ਉਹ ਇਹ ਕਿ ਵੀ ਸਾਡਾ ਹੁਣ ਧਰਮਾਈਏ ਸਾਰੀ ਤੋਂ ਪਹਿਲੇ ਤੰਦਰੁਸਤੀ ਚਾਹੀਦੀ ਆ, ਉਸ ਤੋਂ ਬਾਅਦ ਤਾਂ ਚਲੋ ਕੰਮ। ਤੁਸੀਂ ਗਾਇਕੀ ਕਿੱਦਾਂ ਬਰਕਰਾਰ ਰੱਖਦੇ? ਗਾਇਕੀ ਮੈਂ ਆਪ ਗਾਉਂਦਾ ਰਹਿੰਦਾ। ਮੈਂ ਰਿਆਜ਼ ਨਹੀਂ ਕੋਈ ਕਰਦਾ, ਪਰ ਮੈਂ ਜਦ ਮੇਰੇ ਕੋਲ ਟਾਈਮ ਜੇ ਕਾਰਜ ਮੈਂ ਬੈਠਾ ਤਾਂ ਮੈਂ ਗਾਉਂਦਾ ਰਹਿੰਦਾ।
ਇਹੀ ਆ, ਕਿਉਂਕਿ ਮੈਂ ਨਾ ਤਾਂ ਮੈਂ ਬਾਜਾ ਆਉਂਦਾ, ਮੈਨੂੰ ਕੁਛ ਆਉਂਦਾ ਨਹੀਂ, ਮੈਂ ਸਿੱਖਿਆ ਨਹੀਂ ਕਿਸੇ ਤੋਂ, ਤਾਂ ਮੈਂ ਉਸਤਾਦ ਹਰੇਕ ਨੂੰ ਸਮਝਦਾ, ਜਿਹਨੂੰ ਮੈਂ ਸੁਣਿਆ ਉਹ ਮੇਰਾ ਉਸਤਾਦ ਆ, ਕਿਉਂਕਿ ਮੈਂ ਬਹੁਤ ਕੁਝ ਸਿੱਖਦਾ ਉਹਨਾਂ ਤੋਂ। ਅੱਛਾ, ਅੱਜ ਦੇ ਟਾਈਮ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਵੀ ਤੁਸੀਂ ਕੰਗ ਸਾਹਿਬ ਨੂੰ ਬਹੁਤ ਪਸੰਦ ਕੀਤਾ, ਤੁਸੀਂ ਗੁਰਦਾਸ ਭਾਜੀ ਉਹਨਾਂ ਨੂੰ ਬਹੁਤ ਪਸੰਦ। ਮੈਂ ਉਹਨਾਂ ਦੇ ਵੀ ਗੀਤ ਦੋ ਬੋਲ ਸੁਣਾ ਦੂੰਗਾ ਤੁਹਾਨੂੰ ਜ਼ਰੂਰ। ਤੋਂ ਉਹ ਜਿਵੇਂ ਸੁਣਾਉਣ, ਕਿਉਂਕਿ ਉਹਨਾਂ ਦੇ ਫਾਇਲ ਤਾਰਿਆਂ ਦੀ ਚੁੰਨੀ ਵਾਲੀ ਮੁੱਕ ਗਈ ਰਾਤ ਕਾਲੀ, ਅਜੇ ਵੀ ਨੀ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ, ਮੁੱਕ ਜਾਣਾ ਰਾਤ ਵਾਂਗੂ ਸ਼ੁਰੂ ਕੀਤੀ ਬਾਤ ਵਾਂਗੂ, ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ, ਹੋ ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ, ਤਾਰਿਆਂ ਦੀ ਚੁੰਨੀ ਵਾਲੀ ਮੁੱਕ ਗਈ ਏ ਰਾਤ। ਵਾਹ, ਕੀ ਬਾਤ। ਜਿਹਦੇ ਕੋਲ ਚਾਨੇ ਉਹਨੂੰ ਤਾਰਿਆਂ ਦੀ ਲੋੜ ਨਹੀਂ, ਜਿਹਦੇ ਕੋਲ ਚਾਨੇ ਉਹਨੂੰ ਤਾਰਿਆਂ ਦੀ ਲੋੜ ਨਹੀਂ, ਸੱਚ ਨੂੰ ਜ਼ੁਬਾਨ ਦੇ ਸਹਾਰਿਆਂ ਦੀ ਲੋੜ ਨਹੀਂ, ਸੱਚ ਨੂੰ ਜ਼ੁਬਾਨ ਦੇ ਸਹਾਰਿਆਂ ਦੀ ਲੋੜ ਨਹੀਂ, ਜੱਗ ਵੀ ਨਾ ਪੁੱਛੇ ਉਹਨੂੰ, ਹੋ ਰੱਬ ਵੀ ਨਾ ਪੁੱਛੇ ਉਹਨੂੰ, ਮਰ ਜਾਣੇ ਮਨਾ ਜਿਹਦੀ ਮਾੜੀ ਹੋਵੇ ਨੀਤ ਵੇ, ਹੋ ਮਰ ਜਾਣੇ ਮਨਾ ਜਿਹਦੀ ਮਾੜੀ ਹੋਵੇ ਨੀਤ ਵੇ, ਤਾਰਿਆਂ ਦੀ ਚੁੰਨੀ ਵਾਲੀ ਮੁੱਕ ਗਈ ਰਾਤ। ਗੁਰਦਾਸ ਮਾਨ ਸਾਹਿਬ ਵੀ ਆਪਣੀ ਇੱਕ ਸਟੈਂਪ ਛੱਡ ਗਏ। ਕਿਆ ਬਾਤ, ਕਿਆ ਬਾਤ ਹੈ। ਹਰ ਗੀਤ ਹੁੰਦਾ। ਮੈਂ ਪਹਿਲੀ ਵਾਰੀ ਗੁਰਦਾਸ ਗੀਤ ਮੈਂ ਕਿਉਂਕਿ ਮੌਕਾ ਨਹੀਂ ਕਿਤੇ ਮਿਲਦਾ ਤਾਂ ਮੈਂ ਤੁਹਾਨੂੰ ਸੁਣਾਇਆ। ਇਹ ਬਹੁਤ ਅੱਛਾ। ਗੁਰਦਾਸ ਮਾਨ ਸਾਹਿਬ ਨਾਲ ਪਹਿਲੀ ਵਾਰੀ ਮੈਨੂੰ ਬੈਠਣ ਦਾ ਮੌਕਾ ਮਿਲਿਆ ਜੀ, ਜਦੋਂ ਵੈਰੀ ਫਸਟ ਟਾਈਮ 83 ਚ ਆਏ ਸੀ, ਲਾਈਟ ਸੈਲ ਵਿੱਚ ਆਏ ਸੀ, ਤੇ ਮੈਂ ਬਾਹਰ ਸੀਗਾ ਤੇ ਮੋਹ ਨੇ ਮਨਾ ਸੁਖਜਿੰਦਰ ਸ਼ਿੰਦੇ ਦਾ ਭਰਾ, ਉਹ ਅੰਦਰੋਂ ਨਿਕਲਿਆ ਤਾਂ ਮੈਨੂੰ ਕਹਿੰਦਾ ਕੀ ਕਰਦੇ, ਮੈਂ ਤਾਂ ਵੈਸੇ ਹੀ, ਉਹ ਕਹਿੰਦਾ ਮੈਂ ਆਪਾਂ ਚੱਲਦੇ, ਤਾਂ ਮੈਨੂੰ ਸਿੱਧਾ ਹੀ ਅੰਦਰ ਲੈ ਗਿਆ ਤੇ ਪਿੱਛੇ ਸਟੇਜ ਦੇ ਪਿੱਛੇ ਚੱਲ ਗਿਆ ਸੀ। ਤੇ ਉਦੋਂ ਗੁਰਦਾਸ ਮਾਨ ਨਹੀਂ ਸੀ, ਸੁਧਾਰ ਸੀ, ਨਵਾਂ ਸੀਗਾ, ਮਾਮਲਾ ਗੜਬੜ ਉਹੀ ਹਾਲ ਹੁਣ ਆਈ ਸੀਗੀ ਪਰ ਇੱਥੇ ਪਪੂਲਰ ਨਹੀਂ ਸੀ। ਤੇ ਉਹਦੇ ਨਾਲ ਸੀਗਾ ਆਪਣੇ ਜੋਗਿੰਦਰ ਦੱਤ, ਅੱਛਾ ਜੀ, ਚਾਰ ਜਣੇ ਸੀਗੇ, ਇੱਕ ਢੋਲਕੀ ਤੇ ਸੀ, ਮੈਨੂੰ ਨਾਲ ਬਿਠਾਲਤਾ ਜੀ, ਤੇ ਮੈਂ ਦੋ ਗਾਣੇ ਉਹਦੇ ਉਦੋਂ ਗੱਲਾਂ ਬਾਤਾਂ ਥੋੜੀਆਂ ਕੀਤੀਆਂ ਹਾਫ ਟਾਈਮ ਜੀ, ਤੇ ਉਦੋਂ ਬਾਅਦ ਫਿਰ ਗੁਰਦਾਸ ਮਾਨ ਹੀਰੋ ਬਣ ਕੇ ਆਇਆ, ਉਦੋਂ ਬਾਅਦ ਨਹੀਂ ਮਿਲਿਆ। ਤੇ ਅੱਜ ਜਿਹੜੇ ਮੁਕਾਮ ਤੇ ਗੁਰਦਾਸ ਮਾਨ, ਮੇਰਾ ਖਿਆਲ ਇਹ ਮੁਕਾਮ ਕਿਸੇ ਹੋਰ ਨੂੰ ਨਸੀਬ ਨਹੀਂ ਹੋਇਆ। ਨਹੀਂ, ਲਿਖਤੀ ਵਿੱਚ ਔਰ ਗਾਇਕੀ ਵਿੱਚ, ਪਰਫਾਰਮ ਕਰਨ ਵਿੱਚ, ਡਾਂਸ ਕਰਨ ਵਿੱਚ, ਜਿੰਨੀਆਂ ਵੀ ਕੁਆਲਿਟੀਆਂ ਇਨਸਾਨ ਵਿੱਚ ਚਾਹੀਦੀਆਂ ਸਾਰੀਆਂ ਉਹਨਾਂ ਵਿੱਚ ਸੀ, ਔਰ ਗੱਲਬਾਤ ਉਹਦੀ ਬਹੁਤ ਰਿਚ। ਬਿਲਕੁਲ। ਅੱਛਾ, ਅੱਜ ਦੇ ਦੌਰ ਵਿੱਚ ਗੁਰਦਾਸ ਮਾਨ ਤਾਂ ਹੈਗਾ ਹੀ ਹੈਗਾ ਜੀ, ਹੋਰ ਕਿਹੜਾ ਆਰਟਿਸਟ ਤੁਹਾਡੇ ਮਨ ਦੇ ਬਹੁਤ ਕਰੀਬ ਹੈ ਕਲਾਕਾਰ ਦੇ ਤੌਰ ਤੇ? ਕਲਾਕਾਰ ਦੇ ਤੌਰ ਤੇ ਬਹੁਤ ਆਰਟਿਸਟ ਆ, ਪਰ ਮੈਂ ਜੇ ਪਸੰਦ ਦਿਲਜੀਤ ਦੋਸਾਂਝ ਨੂੰ ਪਸੰਦ ਕਰਦਾ। ਠੀਕ ਹੈ, ਅੱਛੇ ਆਰਟਿਸਟ ਨੇ, ਤਾਂ ਮਤਲਬ ਉਹਨੇ ਆਪਣਾ ਨਾਂ ਕਾਫੀ ਮੈਂ ਫਿਲਮ ਇੰਡਸਟਰੀ ਵਿੱਚ ਐਕਟਿੰਗ 'ਚ ਵੀ ਕੀਤਾ, ਬਾਕੀ ਵੀ ਕੀਤਾ। ਬਾਕੀ ਕਈ ਗਾਉਣ ਵਾਲੇ ਲਖਵਿੰਦਰ ਬਟਾਲੀ ਸਾਹਿਬ ਜੀ ਬਹੁਤ ਅੱਛੇ ਆਰਟਿਸਟ ਨੇ। ਹੋਰ ਬਾਕੀ ਰਾਹਤ ਫਤਿਹ ਅਲੀ ਖਾਨ, ਕੀ ਬਾਤ ਹੈ, ਇਹ ਉਸਤਾਦ ਲੋਕ ਆਪਣੇ ਪੰਜਾਬ ਵਿੱਚ। ਆਪਣੇ ਸਰਦੂਲ ਸਿਕੰਦਰ ਨੇ ਬਹੁਤ ਵੱਡਾ, ਹਾਂਜੀ, ਆਪਣੇ ਸਰਦੂਲ ਸਿਕੰਦਰ ਹੋਣਾ ਦਾ ਮੌਕਾ ਮਿਲਿਆ। ਹੁਣ ਇੱਕ ਇਕੱਠਾ ਇਹ ਅਸੀਂ ਚੈਰਿਟੀ ਵਾਸਤੇ ਗੀਤ ਕੀਤਾ ਸੀ, ਉਹ ਸਾਰਿਆਂ ਨੇ ਇੱਕ ਲਾਣਾ ਸਰਦੂਲ ਸਿਕੰਦਰ ਜੀ ਪਿਛਲੇ ਸਾਲ ਮਿਲ ਕੇ ਗਏ ਇੱਥੇ। ਠੀਕ, ਹਾਂ ਆਏ ਸੀ, ਹਾਂਜੀ। ਤੇ ਉਹ ਮੇਰਾ ਗ੍ਰੈਂਡਸਨ ਹੁਣ ਉਹ ਵੀ ਉਹਨੂੰ ਮਿਲਿਆ ਸੀ। ਅੱਛਾ ਜੀ, ਹਾਂਜੀ। ਤੇ ਹੰਸਰਾਜ ਕੇ, ਕਿਉਂਕਿ ਹਰ ਆਰਟਿਸਟ ਆਪਣੀ ਥਾਂ ਛੱਡ ਕੇ ਜਾਂਦੇ ਆ, ਔਰ ਬਹੁਤ ਵਧੀਆ। ਅੱਛਾ, ਤੁਹਾਡਾ ਹੁਣ ਫਿਊਚਰ ਕੀ ਆ? ਕੀ ਪਲਾਨ ਤੁਹਾਡਾ ਫਿਊਚਰ 'ਚ?
ਫਿਊਚਰ ਜੀ ਹੁਣ ਦੇਖੋ ਰਿਕਾਰਡਿੰਗ ਦਾ ਤਾਂ ਐਲਬਮ ਰਿਕਾਰਡਿੰਗ ਤਾਂ ਕਿਤੇ ਵੀ ਹੈ ਨਹੀਂ, ਇੰਡੀਆ ਵਾਲੇ ਕਰ ਸਕਦਾ, ਤੁਹਾਨੂੰ ਪਤਾ ਹੀ ਆ ਰਿਕਾਰਡਿੰਗ ਕੋਈ ਆਸ ਕੋਈ। ਹਾਂ ਨਹੀਂ, ਉਹਦਾ EP ਕਰੀ ਗਾਣਾ ਰਿਕਾਰਡ, ਇੱਕ ਰਿਕਾਰਡ ਕੀਤਾ ਐਪੀਆਂ ਦਾ ਜਾਂ ਸੈੱਟ ਕਰਾਉਣ ਦਾ ਉਹ ਰਿਵਾਜ ਗਿਆ ਹਟ। ਹੁਣ ਸਿੰਗਲ ਜ਼ਿਆਦਾ ਸਿੰਗਲ ਹੀ ਚੱਲਦੇ ਆ। ਨਾਲੇ ਹੁਣ ਕੱਲ ਅੱਜ ਕੱਲ੍ਹ ਇੱਦਾਂ ਆ ਜੀ ਧਰਮ ਭਾਜੀ, ਦੇਖੋ ਸਹੀ ਗੱਲ ਆ, ਤੁਹਾਡੇ ਜੇਬੋਂ ਹੀ ਖਰਚਾ ਆ, ਜਾਂ ਤਾਂ ਤੁਹਾਡੀ ਬੜੀ ਕੰਪਨੀਆਂ ਜਿਹੜੇ ਅੱਜ ਕੱਲ੍ਹ ਜਿਹਨਾਂ ਦੇ ਹੁਣ ਦਲਜੀਤ ਦੋਸਾਂਝ ਨੇ ਬੜੀਆਂ ਕੰਪਨੀਆਂ, ਕੋਈ ਨਹੀਂ ਕਰਦਾ, ਉਹ ਕਹਿੰਦੇ ਤੁਸੀਂ ਪੈਸੇ ਲਾ ਦਿਓ ਤਾਂ ਅਸੀਂ ਸਾਨੂੰ ਦੇ ਦਿਓ ਅੱਜ ਕੱਲ੍ਹ ਇਹ ਆ। ਜਾਂ ਹਾਂ ਤੁਸੀਂ ਬੜੇ ਸਕੇਲ ਤੱਕ ਦਲਜੀਤ ਦੋਸਾਂਝ ਹੋਣੀ ਆ, ਗੁਰਦਾਸ ਭਾਜੀ ਹੋਣੀ ਆ, ਇਹਨਾਂ ਦੀਆਂ ਕੰਪਨੀਆਂ ਹੈਗੀਆਂ ਕਿ ਉਹਨਾਂ ਦੀ ਫੋਲੋਇੰਗ ਬਹੁਤ ਆ, ਕਿਉਂਕਿ ਤੁਸੀਂ ਵੀ ਬਹੁਤ ਬੜੇ ਠੀਕ ਹੈ ਸਾਡੇ ਵੱਲ, ਪਰ ਅਸੀਂ ਕਿਉਂਕਿ ਇੱਥੇ ਰਹਿੰਦੇ ਹਾਂ ਨਾ, ਇਹ ਇੰਡੀਆ 'ਚ ਜਿਹੜਾ ਫਿਲਮਾਂ ਚੱਲ ਜਾਂਦਾ ਫਿਰ ਉਹਨਾਂ ਦੀ ਉਹ ਫੋਲੋਇੰਗ ਜ਼ਿਆਦਾ ਆ। ਨਹੀਂ ਇੱਥੇ ਵੀ ਜਿਹੜੇ ਆਰਟਿਸਟ ਹੈਗੇ, ਜਿੱਦਾਂ ਹੁਣ ਤੁਸੀਂ ਹੋ ਗਏ ਜਾਂ ਕੁਲਵੰਤ ਹੋ ਗਿਆ ਜਾਂ ਸੁਖਨ ਚੰਦੇ ਹੋਣੀ ਹੋ ਹਾਂਜੀ ਹਾਂਜੀ, ਆਪਣੇ ਮਲਕੀਤ ਹੋਣੀ ਹੋ ਗਿਆ, ਹੋਰ ਸਾਰੇ ਆ ਜੀ, ਜਰਨੈਲ ਸਾਂਝ ਵਗੈਰਾ ਹੋ ਗਏ, ਕਾਫੀ ਰਿਕਾਰਡਿੰਗ ਇਹਨਾਂ ਦੀ ਹਾਂਜੀ ਹੈ, ਰਿਕਾਰਡਿੰਗ ਹੈਗੀਆਂ। ਹੁਣ ਰਿਕਾਰਡਿੰਗ ਇੱਦਾਂ ਵੀ ਸਿੰਗਲ ਕਰੀਦਾ, ਅੱਛਾ, ਉਹ ਵੀ ਆਪਣੀ ਲਈ ਕਰੀਦਾ। ਪਰ ਧਰਮ ਭਾਜੀ ਜਿੰਨੀ ਮੈਂ ਪਿੱਛੇ ਵੀ 2-3 ਗੀਤ ਕੱਢੇ ਆ, ਲੋਕ ਜਦ ਸਟੇਜ 'ਤੇ ਜਾਈ ਤਾਂ ਉਹੀ ਸੁਣਨਾ ਚਾਹੁੰਦੇ ਆ, ਭਾਜੀ ਸੋਹੋ ਰੋੜੇ ਸੁਣਾਦੇ ਆ ਆਪਣਾ ਸੰਗੀਤ ਕਿਤੇ। ਇਹ ਗਾਣੇ ਬਹੁਤ ਵੱਡੇ ਗਾਣੇ, ਇਹ ਬਹੁਤ ਬੜੇ ਗਾਣੇ। ਅੱਛਾ ਤੁਸੀਂ ਨਾ ਹੁਣ ਆਪਾਂ ਗੱਲ ਹੋਰ ਕਰੀਏ ਮਾੜੀ ਜਿਹੀ, ਵੀ ਜਿਹੜਾ ਸੰਗੀਤ ਆ ਜੀ, ਜਿਉਂ ਵਕਤ ਗੁਜ਼ਰਦਾ ਸੰਗੀਤ ਵੀ ਨਾਲ ਤੁਰਦਾ, ਅੱਗੇ ਵੱਧਦਾ। ਹਾਂਜੀ, ਕਿਉਂਕਿ ਹੁਣ ਇੱਕ ਟ੍ਰੈਂਡ ਬਣ ਗਿਆ ਕਿ ਸਿੱਖ ਕੇ ਗਾਉਣਾ। ਤੇ ਜਿਹੜੇ ਪੁਰਾਣੇ ਸਿੰਗਰ ਸੀ, ਸ਼ੌਕ ਆਪਣੇ ਆਪ ਸਿਖਾ ਦਿੰਦੇ। ਬਿਲਕੁਲ, ਅਸੀਂ ਬੜੀ ਕੋਸ਼ਿਸ਼ ਕੀਤੀ ਸਿੱਖਣ ਦੀ, ਪਰ ਨਾ ਤਾਂ ਉਸ ਕੋਲ ਉਸਤਾਦ ਹੀ ਸੀਗਾ, ਤੇ ਨਾ ਸਾਨੂੰ ਕੋਈ ਟਾਈਮ ਸੀ ਵਿੱਚ ਇਹ ਕੰਮ ਕਰਨਾ। ਜੇ ਉਹਨੇ ਕਹਿੰਦੇ ਸੱਚੇ ਕੰਮ ਕਰ ਲਓ ਤਾਂ ਵੀ ਦੇਖਣਾ ਵੀ 4 ਘੰਟੇ ਨਾ ਟੁੱਟਣ। ਅੱਛਾ ਤੁਸੀਂ ਹੁਣ ਜਿਹੜਾ ਫਿਊਚਰ ਆ, ਐਕਚੁਅਲੀ ਜਿਹੜਾ ਨਾ ਕੁਝ ਸਾਲ ਪਹਿਲਾਂ ਲਾਈਵ ਜਿਹੜੇ ਪ੍ਰੋਗਰਾਮ ਸੀਗੇ ਵਿਆਹ ਸ਼ਾਦੀ ਤੇ, ਉਹਦੇ ਵਿੱਚ ਬਹੁਤ ਖੜੌਤ ਆ ਗਈ ਹੈ, ਕਿਉਂਕਿ ਸਿੰਗਰਾਂ ਨੂੰ ਮਾਲੀ ਤੌਰ ਤੇ ਕਾਫੀ ਉਹਦੇ ਵਿੱਚ ਨੁਕਸਾਨ ਹੋਇਆ, ਕਿਉਂਕਿ ਸਿੰਗਰ ਦੇ ਜਿਹੜੇ ਚਾਰ ਵਿਆਹ ਸ਼ਾਦੀਆਂ ਤੇ ਹੁੰਦੇ ਜਾਂ ਸਟੇਜ ਤੇ ਹੁੰਦੇ ਆ, ਲੇਕਿਨ ਹੁਣ ਟ੍ਰੈਂਡ ਜਿਹੜੇ ਮਿਊਜ਼ੀਸ਼ੀਅਨ ਆ ਉਹ ਤਾਂ ਘਰ ਬਹਿ ਗਏ। ਸਿੰਗਰਾਂ ਨੂੰ ਹੁਣ ਇੱਦਾਂ ਆ ਧਰ ਭਾਜੀ ਕੀ ਕਰਦੇ ਆ, ਵੀ DJ ਤਾਂ ਨਿਆਣੇ ਕੋ ਕਰਦੇ ਹੀ ਆ ਕਰਨਾ, ਕਿਉਂਕਿ ਹਰੇਕ ਤਰ੍ਹਾਂ ਦਾ ਗੀਤ ਸੁਣਨਾ ਚਾਹੁੰਦੇ ਅੱਜ ਕੱਲ੍ਹ, ਤਾਂ ਨਾਲ ਸਿੰਗਰ ਨੂੰ ਕਈ ਬੁੱਕ ਕਰ ਲੈਂਦੇ ਆ। ਪਰ ਸਿੰਗਰ ਵੀ ਮੈਂ ਵੀ ਪ੍ਰੋਗਰਾਮ ਹੁਣ ਬਾਹਲੀ ਇੱਦਾਂ ਕਰਦਾ, ਲਾਈਵ ਵੀ ਕਰੀ ਦੇ ਆ, ਪਰ ਜ਼ਿਆਦਾ ਇਹ ਆ DJ ਨਾਲ। ਪਰ ਉੱਥੇ ਮੈਂ ਇੱਕ ਜ਼ਰੂਰ ਕਹਿਣਾ ਹੁੰਦਾ ਵੀ ਜੇ ਤੁਸੀਂ PA ਕਰਨਾ, ਗਾਇਆ ਕਰੋ, ਮੂੰਹ ਹਿਲਾ ਕੇ ਨਾ ਆਓ ਕੋਈ। ਉਹ ਕਈ ਵਾਰੀ ਮੂੰਹ ਹਿਲਾ ਕੇ ਆਉਂਦਾ ਵੀ ਇਹਦਾ ਮਤਲਬ ਤੁਸੀਂ ਜਿਹੜੇ ਤੁਹਾਨੂੰ ਬੁੱਕ ਤੁਸੀਂ ਚੀਟ ਹੋਣਾ ਨਾ ਕਰ ਲਓ। ਫੇਰ ਤੁਸੀਂ ਇੱਕ ਤਾਂ ਮੈਂ ਕਹੂੰਗਾ ਜੇ ਮੈਂ ਮੂੰਹ ਹਿਲਾ ਕੇ ਆਉਂਦਾ, ਮੈਂ ਆਪਣੇ ਆਪ ਨੂੰ ਚੀਟ ਕਰ ਰਿਹਾ, ਮੈਂ ਕਿਸੇ ਨੂੰ ਕੀ ਕਹਿਣਾ, ਮੈਂ ਆਪਣੇ ਆਪ ਨੂੰ ਮੈਨੂੰ ਜੇ ਲੋਕ ਨੇ ਮੈਨੂੰ ਮੇਰੀ ਪੇਮੈਂਟ ਕਰਨੀ ਆ, ਉਹ ਮੇਰੇ ਸੰਗੀਤ 'ਤੇ ਕਰਨੀ ਚਾਹੀਦੀ ਆ, ਮੈਂ ਮੂੰਹ ਹਿਲਾ ਕੇ ਨਹੀਂ ਕਰਨੀ ਚਾਹੀਦੀ, ਹੈ ਨਾ। ਸੋ ਮੈਂ ਕਹਿੰਦਾ ਹੁੰਦਾ ਵੀ ਆਰਟਿਸਟ ਨੂੰ ਤੁਸੀਂ ਆਪਣੇ 'ਚ ਤੁਹਾਡੀ ਪਿੱਛੇ ਉਹਦੀ ਆਵਾਜ਼ ਕੰਮ ਕਰ ਲਓ, ਆਪਣੀ ਮਾਈਕ ਦੀ ਆਵਾਜ਼ ਚੱਲ ਗਾਓ ਤਾਂ ਸਹੀ, ਜਾਓ ਤਾਂ ਤੁਸੀਂ ਮਿਊਜ਼ਿਕ ਬਣਾ ਲਓ, ਗਾਉਣਾ ਚਾਹੀਦਾ, ਕਿਉਂਕਿ ਉਹ ਇੱਕ ਤੁਹਾਡੀ ਐਟਲੀਸਟ ਕੋਈ ਬੰਦਾ ਤੁਹਾਨੂੰ ਕਹਿ ਨਹੀਂ ਸਕਦਾ ਤੁਸੀਂ ਮੂੰਹ ਹਿਲਾ ਕੇ ਚਲੇ ਗਏ। ਤੁਹਾਨੂੰ ਆਪਣੀ ਵੀ ਤੁਹਾਡੀ ਰੂਹ ਹੁੰਦੀ ਆ, ਲੋਕ ਮੇਰਾ ਗਾਣਾ ਸੁਣ ਰਿਹਾ, ਮੈਂ ਨਾਲ ਗਾਵਾਂ, ਆਟੋਮੈਟਿਕ ਬੰਦਾ ਗਾਉਣ ਲੱਗ ਪੈਂਦਾ। ਧਰਮ ਭਾਜੀ ਇਜਾਜ਼ਤ ਹੀ ਨਹੀਂ ਦਿੰਦਾ ਵੀ ਮੂੰਹ ਹਿਲਾ ਕੇ ਬੰਦਾ ਨਿਕਲ ਜਾਵੇ, ਪਰ ਕਰਦੇ ਪਰ ਇਹ ਹੋਣਾ ਨਹੀਂ ਚਾਹੀਦਾ। ਕਈ ਵਾਰੀ ਤਾਂ ਮਤਲਬ ਹੁਣ ਇਹ ਮਤਲਬ ਕਹਿੰਦਾ ਇਸ ਕਰਕੇ ਹੁਣ DJ ਦਾ ਰਿਵਾਜ ਆ ਜ਼ਿਆਦਾ, ਬੱਚੇ ਕਿਉਂਕਿ ਲਾਈਟਾਂ ਲੈਣੀਆਂ, ਉਹ ਲੈਣੀਆਂ, ਤੁਹਾਨੂੰ ਖਰਚੇ ਤਾਂ ਬਹੁਤ ਵੱਧ ਗਏ, ਪਰ ਗਾਇਕ ਤਾਂ ਫਿਰ ਵੀ ਆ ਰਹੇ ਆ। ਹਾਂਜੀ, ਫਿਰ ਵੀ ਆ ਰਹੇ। ਹਾਂ, ਪਰ ਹੁਣ ਗਾਣੇ, ਹੁਣ ਇੱਕ ਤਾਂ ਅੱਜ ਕੱਲ੍ਹ ਪੈਸੇ ਦਾ ਬਹੁਤ, ਜੇ ਕੋਈ ਜ਼ਿਆਦਾ ਪੈਸਾ ਉਹ 'ਚ ਭਾਵੇਂ ਤੂੰ ਫਿਰ ਆਪਣੀ, ਜੇ ਤੁਹਾਡੇ ਕੋਲ ਪੈਸਾ ਆ ਧਰ ਭਾਜੀ, ਤੂੰ ਐਕਟਰ ਵੀ ਬਣ ਸਕਦਾ, ਤੂੰ ਸਿੰਗਰ ਵੀ ਬਣ ਸਕਦਾ, ਤੂੰ ਜੋ ਫਿਲਮ ਵੀ ਆਪਣੀ ਆਪ ਹੀ ਬਣਾ ਸਕਦਾ, ਜੋ ਮਰਜ਼ੀ ਕਰ ਸਕਦਾ। ਤੁਹਾਡੇ ਕੋਲ ਪੈਸਾ ਚਾਹੀਦਾ। ਪਹਿਲਾਂ ਹੁਣ ਪਹਿਲੇ ਟਾਈਮ 'ਤੇ ਤੁਸੀਂ ਰਿਕਾਰਡਿੰਗ ਦੇ ਆਪ ਦੇਖੋ, ਅਸੀਂ ਜਦ ਪਹਿਲੀ ਬੰਬੇ ਰਿਕਾਰਡਿੰਗ ਕੀਤੀ ਆ, ਮਿਊਜ਼ੀਸ਼ੀਅਨ ਬੈਠੇ ਆ, ਜੇ ਅਸੀਂ ਗਲਤੀਆਂ ਉਹ ਪ੍ਰੋਫੈਸ਼ਨਲ ਬੰਦੇ 'ਚ ਘੱਟ ਹੋਈਆਂ, ਇੱਕ ਗਾਣਾ ਪੂਰਾ ਰਿਕਾਰਡ ਹੁੰਦਾ ਇੱਕ ਟਾਈਮ ਤਾਂ ਆ। ਅੱਜ ਤਾਂ ਤੁਸੀਂ ਲਾਈਨ ਕਰ ਸਕਦੇ ਹੋ ਕੰਪਿਊਟਰ 'ਤੇ, ਜੇ ਤੁਸੀਂ ਬੇਸੁਰੇ ਵੀ ਆ ਤਾਂ ਕੰਪਿਊਟਰ ਸਰਚ ਕਰ ਦਿੰਦਾ ਤੁਹਾਨੂੰ। ਹਾਂਜੀ। ਪਰ ਜਦ ਤੁਸੀਂ ਲਾਈਵ ਗਾਉਣਾ ਫਿਰ ਔਖਾ ਹੋ ਜਾਂਦਾ, ਫਿਰ ਕੰਪਿਊਟਰ ਨੇ ਸੋਚ ਹੀ ਨਹੀਂ ਕਰਨਾ, ਫਿਰ ਤਾਂ ਤੁਹਾਨੂੰ ਹੀ ਗਾਉਣਾ ਪੈਣਾ। ਬੰਬੇ ਮੈਂ ਰਫੀ ਸਾਹਿਬ ਦੇ ਘਰ ਮੈਂ ਗਿਆ, ਕਿਉਂਕਿ ਚਾਹ ਸੀ ਦੇਖਣ ਦੀ ਜਾਣਾ। ਜਿਹੜੇ ਦੇਖੋ ਹੁਣ ਤਾਂ ਜਿਹੜੇ ਸਿੰਗਰ ਵੀ ਹੈਗੇ, ਤੁਸੀਂ ਕਿਹਾ ਵੀ ਬਸੋਰੇ ਨੂੰ ਸਰਚ ਕਰ ਦਿੰਦੇ ਆ, ਬਸੋਰੇ ਨੂੰ ਸਰਚ ਕਰਦੇ ਆ, ਤੁਸੀਂ ਵੈਸੇ ਵੀ ਹੁਣ ਇਹ ਹੈਗਾ ਵੀ ਤੁਸੀਂ ਜਾਓ ਆਪਣਾ ਕੰਮ ਕਰਿਓ, ਬਾਕੀ ਉਹਨੇ ਆਪੇ ਕਰ ਲੈਣਾ।
ਪਰ ਉਹ ਸਵਾਦ ਜਿਹਾ ਨਹੀਂ। ਉਸ ਟਾਈਮ ਤੇ ਲਾਈਵ ਹੁੰਦਾ ਸੀ। ਪਹਿਲਾਂ ਜਾਣਾ ਸਿੰਗਰ ਖੜਾ ਆ ਤੁਹਾਡੇ ਸਿਰ Musician ਬੈਠੇ ਆ ਤੁਸੀਂ ਵਜਾ ਰਹੇ ਆ, ਜੇ 5 ਕਿਲੋ ਢੋਲਕੀ ਆ ਤੇ ਮਾੜੀ ਜਿਹੀ ਉਂਗਲੀ ਲੱਗਾ ਤਾਂ ਲੱਗੇ, ਮੁੜ ਕੇ ਦੁਬਾਰਾ ਪਹਿਲੇ ਤੋਂ ਸ਼ੁਰੂ ਕਰਨਾ ਫਿਰ। ਕਈ ਵਾਰੀ ਇੱਕ ਵਾਰੀ ਮੈਨੂੰ ਪਤਾ ਅਸੀਂ 8 ਘੰਟੇ ਸਟੂਡੀਓ ਚ ਰਹੇ। ਇੱਦਾਂ ਹੀ ਸੀ। ਤੇ ਕਦੀ ਕਹਿੰਦੇ ਯਾਰ ਤੂੰ ਕੀ ਕਰਦਾ ਸੀ, ਇੱਕ ਦਿਨ ਆਪਸ ਵਿੱਚ ਬਾਜੀ ਮੜੀਏ ਲੈ ਕੋਈ ਹੋ ਗਏਗਾ ਹੋ ਜਾਂਦਾ ਸੀ। ਹੋ ਜਾਂਦਾ ਕਿਉਂਕਿ ਉਦੋਂ ਉਹ ਟੇਪ ਹੀ ਸੀਗੀ, ਉਹਨੇ ਕਰਨਾ ਤੁਹਾਡੀ ਆਵਾਜ਼ ਕੋਡ ਇੱਕ ਤੁਹਾਨੂੰ ਕਲਿੱਕ ਸੁਣਦੀ ਹੁੰਦੀ ਸੀ ਪਹਿਲਾਂ ਵੀ ਹਾਂ ਇਹ ਕਲਿੱਕ ਤੇ ਆ ਗਏ ਤੇ ਬਾਕੀ ਤਾਂ ਆਪੇ ਕਰਨਾ ਸੀ। ਮੈਂ ਇੱਕ ਰਿਕਾਰਡਿੰਗ ਕੀਤੀ ਤੇ ਮੈਂ ਪਹਿਲਾਂ ਤਾਂ ਉਹਦੇ ਵਿੱਚ ਮੈਂ ਢੋਲਕੀ ਵਜਾਈ, ਬਾਅਦ ਵਿੱਚ ਮੈਨੂੰ ਕਹਿੰਦੇ ਜੇ ਕਵਾ ਕਸ ਵਜਾਉਣਾ ਮਤਲਬ ਉਹ ਵਜਾਉਣਾ ਸੀ ਮੈਂ ਉਹ ਟਾਈਮ 'ਚ ਵਜਾਉਣਾ। ਉਹ ਟਾਈਮ ਮੇਰੇ ਕੋਲ ਮੈਨੂੰ ਘੰਟਾ ਲੱਗ ਗਿਆ ਉਹ 'ਚ, ਕਿਉਂਕਿ ਕਰਾਂ ਕਈ ਵਾਰੀ ਮਿਸ ਹੋ ਜਾਂਦਾ ਸੀ। ਇੱਕ ਤਾਂ ਮੇਰਾ ਉਹ ਆਰਟ ਨਹੀਂ ਸੀ ਜੀ, ਦੂਜੀ ਗੱਲ ਹੈਗੀ ਆ ਕਿ ਉਹ ਜਿੰਨਾ ਕੁ ਸੁਣਨਾ ਉਸ ਹਿਸਾਬ ਨਾਲ ਕਰਨਾ ਕਿ ਉਹ ਬੀਟ ਹੋਰ ਆ, ਤੁਹਾਨੂੰ ਸੁਣਨ ਦੀ ਥੋੜ੍ਹੀ ਡਿਫਰੈਂਸ ਹੁੰਦਾ। ਬਿਲਕੁਲ। ਤੇ ਜਦੋਂ ਮੈਂ ਬਾਅਦ 'ਚ ਉਹਨੂੰ ਲਰਨ ਕੀਤਾ ਫਿਰ ਮੈਂ 3-4 ਕਰਕੇ ਕਈ ਵਾਰੀ ਹੁਣ ਤਬਲਾ ਡਬਲ ਰਿਕਾਰਡਿੰਗ ਕਰਨਾ, ਇੱਕ ਵਾਰੀ ਤਬਲਾ ਵਜਾਉਣਾ ਕਰਨਾ, ਇੱਕ ਵਾਰੀ ਹੁਣ ਦੂਜੀ ਵਾਰੀ ਵੀ ਹੈ ਮੈਂ ਇੱਥੇ ਕੀ ਕਰ ਗਿਆ ਇਹ ਬਾਜੀ ਚਿੱਟਾ ਰੱਖਣਾ ਪੈਂਦਾ ਵੀ ਉਹ ਕੀ ਆਇਆ, ਕਿਉਂਕਿ ਜਿਹੜੀ ਤਿਰਕਟ ਆ ਉਹਦਾ ਹਿਸਾਬ ਹੁੰਦਾ, ਉਹਦੀ ਟਾਈਮ ਬਿਲਕੁਲ ਟਾਈਮ ਹੁੰਦੀ ਹੈ। ਤੇ ਸਰਦਾਰ ਜੀ ਆਪਣਾ ਪਤਾ ਨਹੀਂ ਲੱਗਾ ਟਾਈਮ ਆਪਣਾ ਹੋ ਵੀ ਗਿਆ। ਅੱਛਾ ਜੀ, ਇੱਕ ਕਿਸੇ ਗਾਣੇ ਦੀਆਂ ਲਾਈਨਾਂ ਦੋ ਜ਼ਰੂਰ ਸੁਣਾਓ ਆਪਾਂ ਫਿਰ। ਜ਼ਰੂਰ ਸੁਣਾਉਂਦੇ ਆ ਜੀ। ਹੁਣ ਤੁਸੀਂ ਦੱਸੋ ਜੇ ਕੋਈ ਕਮਲੀ ਯਾਦ ਦੀ ਕਮਲੀ ਤੁਹਾਡਾ ਬਹੁਤ ਫੇਮਸ ਗਾਣਾ। ਕਮਲੀ ਯਾਦ ਦੀ ਕਮਲੀ ਯਾਦ। ਹੋ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਤੀਦੋ ਰਾਂਝਾ ਤੇ ਮੈਨੂੰ ਹੀਰ ਨਾ ਆਖੋ ਕੋਈ। ਰਾਂਝਾ ਮੈਂ ਵਿੱਚ ਤੇ ਮੈਂ ਰਾਂਝੇ ਵਿੱਚ, ਹੋ ਮੈਨੂੰ ਹੋਰ ਖਿਆਲ ਨਾ ਕੋਈ। ਦੇਖੋ ਲੋਕੋ ਹੀਰ ਸਲੇਟੀ ਉਹ ਕਿੱਥੇ ਜਾ ਖਲੋਈ, ਨੀ ਮੈਂ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ ਦੀ, ਹੋ ਨੀ ਮੈਂ ਕਮਲੀ, ਹੋ ਨੀ ਮੈਂ ਕਮਲੀ, ਹੋ ਨੀ ਮੈਂ ਕਮਲੀ, ਹੋ ਨੀ ਮੈਂ ਕਮਲੀ, ਹਟ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ ਦੀ ਕਮਲੀ, ਨੀ ਮੈਂ ਕਮਲੀ ਯਾਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਨੂੰ ਭਾਜੀ ਜੀ, ਔਰ ਤੁਹਾਡੇ ਸਾਰੇ ਕਾਂਚੀ ਟੀਵੀ ਦੇ ਜਿੰਨੇ ਵੀ ਦਰਸ਼ਕ ਹੋ, ਜਿੰਨੀ ਵੀ ਮੈਨੇਜਮੈਂਟ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਮੈਨੂੰ ਦਰਸ਼ਕਾਂ ਦੇ ਰੂਪ ਕਰਾਇਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸੀ ਸਰਦਾਰਾ ਗੱਲ ਜੀ, ਤੁਸੀਂ ਇਹਨਾਂ ਦੇ ਨਾਲ ਰੂਬਰੂ ਹੋਏ ਹੋ, ਮੈਨੂੰ ਬੜੀ ਖੁਸ਼ੀ ਆਪਣਾ ਕਰਕੇ। ਆਪਾਂ ਆਉਣ ਵਾਲੇ ਟਾਈਮ 'ਚ ਤੇ ਆਪਾਂ ਕਿਸੇ ਹੋਰ ਆਰਟਿਸਟ ਨਾਲ ਮਿਲਾਂਗੇ ਤੇ ਆਪਾਂ ਗੱਲ ਨੂੰ ਥੋੜ੍ਹਾ ਜਿਹਾ ਆਪਾਂ ਹੋਰ ਐਕਸਟੈਂਡ ਕਰਨੀ ਹੈ ਗੱਲ। ਤੇ ਬਾਕੀ ਜੈ ਗੁਰਦੇਵ, ਜੈ ਭੀਮ, ਮਿਲਾਂਗੇ ਅਗਲੇ ਸ਼ੋਅ ਵਿੱਚ। ਜੈ ਗੁਰਦੇਵ।